ਤੁਸੀਂ ਵੇਖ ਰਹੇ ਹੋ ਗੱਲਾਂ ਤੇ ਗੀਤ। ਇੱਕ ਕਵੀ ਨੇ ਲਿਖਿਆ ਹੈ, ਜਦੋਂ ਧਰਤੀ ਤੇ ਆਖਰੀ ਰੁੱਖ ਵੱਢਿਆ ਗਿਆ, ਜਦੋਂ ਆਖਰੀ ਦਰਿਆ ਦਾ ਪਾਣੀ ਜ਼ਹਿਰ ਹੋ ਗਿਆ, ਜਦੋਂ ਆਖਰੀ ਮੱਛੀ ਫੜੀ ਗਈ, ਉਦੋਂ ਜਾ ਕੇ ਪਤਾ ਲੱਗੂ ਕਿ ਪੈਸਿਆਂ ਨੂੰ ਖਾਧਾ ਨਹੀਂ ਜਾ ਸਕਦਾ। ਇੱਥੇ ਦੋ ਸਵਾਲ ਪੈਦਾ ਹੁੰਦੇ ਨੇ। ਕੀ ਇਨਸਾਨ ਕੁਦਰਤ ਦੀ ਸਭ ਤੋਂ ਸਿਆਣੀ ਰਚਨਾ ਹੈ? ਕੀ ਇਨਸਾਨ ਤੇ ਆ ਕੇ ਕੁਦਰਤ ਦੀ ਵਿਕਾਸ ਲੜੀ ਰੁਕ ਗਈ ਹੈ? ਸੋ ਇਹਨਾਂ ਦੋਨਾਂ ਗੱਲਾਂ ਦਾ ਜਵਾਬ ਅਸੀਂ ਲੱਭਣਾ ਹੈ। ਅੱਜ ਵਾਤਾਵਰਣ ਦਿਵਸ, ਵਿਸ਼ਵ ਵਾਤਾਵਰਣ ਦਿਵਸ ਅਸੀਂ ਮਨਾ ਰਹੇ ਹਾਂ ਔਰ ਅੱਜ ਦੇ ਦਿਨ ਅਸੀਂ ਆਪਣੇ ਆਪ ਨਾਲ ਇਹ ਵਾਅਦਾ ਕਰਦੇ ਹਾਂ ਕਿ ਅਸੀਂ ਧਰਤੀ ਦਾ ਖਿਆਲ ਰੱਖਾਂਗੇ, ਅਸੀਂ ਵਾਤਾਵਰਣ ਦਾ ਖਿਆਲ ਰੱਖਾਂਗੇ। ਪੁਰਾਣੇ ਸਮਿਆਂ ਵਿੱਚ ਸਾਡੇ ਬਜ਼ੁਰਗਾਂ ਨੂੰ ਇਹ ਗੱਲਾਂ ਸੋਚਣ ਦੀ ਲੋੜ ਨਹੀਂ ਪੈਂਦੀ ਸੀ। ਇਹ ਗੱਲਾਂ ਉਹਨਾਂ ਦੇ ਜੀਵਨ ਦਾ ਹਿੱਸਾ ਸੀ ਤੇ ਅੱਜ ਅਸੀਂ ਇਹਨਾਂ ਗੱਲਾਂ ਨੂੰ ਭੁੱਲ ਚੁੱਕੇ ਹਾਂ। ਤਾਂ ਇਸੇ ਮਕਸਦ ਲਈ ਅੱਜ ਦਾ ਦਿਨ ਯਾਨੀ ਕਿ 5 ਜੂਨ ਸਨ 1974 ਦੇ ਵਿੱਚ ਯੂਨਾਈਟਿਡ ਨੇਸ਼ਨਸ ਨੇ ਨਿਰਧਾਰਿਤ ਕੀਤਾ ਵਿਸ਼ਵ ਵਾਤਾਵਰਣ ਦਿਵਸ ਦੇ ਰੂਪ ਦੇ ਵਿੱਚ, ਤਾਂ ਕਿ ਸਾਨੂੰ ਇਹ ਸਾਰੀਆਂ ਗੱਲਾਂ ਚੇਤੇ ਕਰਵਾਈਆਂ ਜਾ ਸਕਣ। ਤੇ ਇਸ ਵਿਸ਼ੇ ਦੇ ਉੱਤੇ ਅੱਜ ਸਾਨੂੰ ਸੇਧ ਦੇਣ ਵਾਸਤੇ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਪ੍ਰੀਤ ਸਿੰਘ ਭੱਟੀ। ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਦੇ ਉੱਤੇ ਵਾਤਾਵਰਣ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਉਚੇਚੇ ਤੌਰ ਤੇ ਤਸ਼ਰੀਫ ਲੈ ਕੇ ਆਏ ਨੇ ਔਰ ਸਮਾਂ ਕੱਢਿਆ ਹੈ ਸਾਡੇ ਲਈ। ਬਹੁਤ ਬਹੁਤ ਸ਼ੁਕਰੀਆ ਆਉਣ ਦੇ ਲਈ। ਸੋ ਪ੍ਰੋਫੈਸਰ ਸਾਹਿਬ, ਅਸੀਂ ਮੰਨ ਲਿਆ ਕਿ ਇਨਸਾਨ ਸਭ ਤੋਂ ਸਿਆਣੀ ਰਚਨਾ ਹੈ ਕੁਦਰਤ ਦੀ, ਫਿਰ ਵੀ ਇਨਸਾਨ ਨੁਕਸਾਨ ਪਹੁੰਚਾਉਂਦਾ ਹੈ ਕੁਦਰਤ ਨੂੰ। ਪੰਛੀ, ਪਰਿੰਦੇ, ਜੀਵ ਜੰਤੂ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ। ਇਨਸਾਨ ਨੂੰ ਪੁੱਛਿਆ ਜਾਵੇ ਤਾਂ ਕਹਿੰਦਾ ਅਸੀਂ ਵਿਕਾਸ ਕਰ ਰਹੇ ਹਾਂ। ਵਿਕਾਸ ਦੇ ਨਾਂ ਦੇ ਉੱਤੇ ਕੁਦਰਤ ਦਾ ਘਾਣ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਜਿਹੜੀ ਇੱਕ ਤਾਂ ਹੈ ਵਿਕਾਸ, ਦੂਜੀ ਹੈ ਗਰੀਡ, ਜਿਹਨੂੰ ਭੁੱਖ ਕਹਿ ਸਕਦੇ ਹਾਂ ਅਸੀਂ। ਤੇ ਇਨਸਾਨ ਕੀ ਕਰ ਰਿਹਾ ਕਿ ਜ਼ਿਆਦਾ ਚੀਜ਼ਾਂ ਜਿੰਨੀ ਰਿਕੁਆਇਰਮੈਂਟ ਨਹੀਂ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਸਪੀਡ ਦੇ ਨਾਲ, ਜਿਹਨੂੰ ਅਸੀਂ ਡਿਵੈਲਪਮੈਂਟ ਦੇ ਨਾਮ ਤੇ ਚੀਜ਼ਾਂ ਕਹਿੰਦੇ ਆ, ਉਹਦੇ ਕਾਰਨ ਇਹ ਸਾਰੀ ਜਿਹੜੀ ਪ੍ਰੋਬਲਮ ਆ ਰਹੀ ਹੈ। ਔਰ ਤਾਂ ਹੀ ਅਸੀਂ ਯੂਨਾਈਟਿਡ ਨੇਸ਼ਨ ਨੇ ਇਹ ਜਿਹੜਾ ਦਿਨ ਹੈ 5 ਜੂਨ ਦਾ ਵਰਲਡ এনवायरमेंट ਡੇ ਅਸੀਂ ਸੈਲੀਬ੍ਰੇਟ ਕਰਦੇ ਹਾਂ। ਔਰ ਮੈਂ ਤੁਹਾਨੂੰ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ ਕਿ ਪਹਿਲੇ ਇੱਕ ਦਿਨ ਸੀਗਾ 5 ਜੂਨ ਜੀ, ਉਸ ਤੋਂ ਬਾਅਦ 2 ਸਾਲ ਪਹਿਲੇ ਆਇਆ ਜੀ ਕਿ ਤੁਸੀਂ 1 ਬਿਲੀਅਨ ਟਰੀਜ਼ ਲਗਾਉਣੇ ਆ, 100 ਕਰੋੜ ਇੱਕ ਸਾਲ 'ਚ ਜੀ। ਤੇ ਇਸ ਸਾਲ ਦਾ ਜਿਹੜਾ ਹੈਗਾ, ਅੱਜ ਦਾ ਜਿਹੜਾ ਹੈਗਾ ਸਲੋਗਨ ਹੈ ਯੂਨਾਈਟਿਡ ਨੇਸ਼ਨ ਦਾ, ਉਹ ਹੈਗਾ ਡਿਕੇਡ ਫॉर ਇਕੋਸਿਸਟਮ ਰਿਸਟੋਰੇਸ਼ਨ। ਕਿ ਅਗਲੇ 10 ਸਾਲ 2021 ਤੋਂ ਲੈ ਕੇ 30 ਤੱਕ 10 ਸਾਲਾਂ ਦੇ ਵਿੱਚ ਤੁਸੀਂ ਇਕੋਸਿਸਟਮ ਨੂੰ ਰਿਸਟੋਰ ਕਿਵੇਂ ਕਰਨਾ ਹੈ, ਕਿ ਜਿਹੜੀ ਸਾਡੀ ਨੇਚਰ ਹੈ ਉਹਨੂੰ ਵਾਪਸ ਕਿਵੇਂ ਲੈ ਕੇ ਆਉਣਾ ਹੈ ਜੀ। ਉਹ 10 ਸਾਲ ਦਾ ਮਿਸ਼ਨ ਬਣਾ ਰਿਹਾ। ਇੱਕ ਦਿਨ ਨਾਲ ਗੱਲ ਨਹੀਂ ਬਣਨੀ, ਇੱਕ ਸਾਲ ਨਾਲ ਗੱਲ ਨਹੀਂ ਬਣਨੀ। ਜਦੋਂ ਅਸੀਂ ਨੁਕਸਾਨ 100 ਸਾਲਾਂ 'ਚ ਕਰਦੇ ਜਾਂ 50 ਸਾਲਾਂ 'ਚ ਜੋ ਡਿਗਰੇਡੇਸ਼ਨ ਕੀਤੀ ਹੈ ਉਹਨੂੰ ਇੱਕ ਦਿਨ ਦੇ ਨਾਲ। ਸੋ ਮੈਂ ਕਹਿਣਾ ਚਾਹੂੰਗਾ ਕਿ ਜਿਹੜਾ ਹੁਣ ਜਿਹੜਾ ਵਰਲਡ এনवायरमेंट ਡੇ ਹੈ ਜਾਂ ਵਾਤਾਵਰਨ ਦਿਵਸ ਹੈ, ਇਹ ਇੱਕ ਦਿਨ ਇੱਕ ਸਾਲ ਨਾ ਰਹਿ ਕੇ ਸਾਲਾਂ ਬੱਧੀ ਡਿਕੇਡ 10-10 ਸਾਲ, ਇਹ ਦੇਖੋ 100-100 ਸਾਲ ਮਿਸ਼ਨ ਬਣ ਜਾਣਾ ਕਿ ਜੇ ਬੰਦੇ ਨੇ ਜ਼ਿੰਦਾ ਰਹਿਣਾ ਹੈ ਤੇ ਤੁਹਾਨੂੰ এনवायरमेंट ਦੇ ਪ੍ਰਤੀ ਪਿਆਰ ਤਾਂ ਕਰਨਾ ਹੀ ਪਏਗਾ। ਸਾਡੀ ਵੇਦਾਂ ਦੀ ਰਚਨਾ ਜੰਗਲਾਂ 'ਚ ਹੀ ਹੋਈ ਹੈ। ਉਹਨਾਂ ਨੂੰ ਅਸੀਂ ਜੰਗਲ ਦੇ ਪਵਿੱਤਰ ਗ੍ਰੰਥ ਹੀ ਕਹਿੰਦੇ ਹਾਂ ਔਰ ਉਸ ਵਕਤ ਸਾਨੂੰ ਇਹ ਸਿਖਾਏਗਾ ਕਿ ਕੁਦਰਤ ਨਾਲ ਕਿਵੇਂ ਤਾਲਮੇਲ ਬਣਾ ਕੇ ਰੱਖਣਾ ਹੈ। ਤਾਂ ਅਸੀਂ ਤਾਂ ਇਹ ਜੀਵਨ ਭਰ ਲੈ ਕੇ ਚੱਲਣ ਵਾਲੀ ਸਿੱਖਿਆ ਨੂੰ ਲੈ ਕੇ ਚੱਲਦੇ ਹਾਂ ਕਿਉਂਕਿ ਇਹ ਸਾਡੇ ਜੀਵਨ ਦਾ ਹਿੱਸਾ ਹੈ। ਅੱਜ ਦੁਨੀਆ ਦੇ ਵਿੱਚ ਇੰਨੀਆਂ ਸਮੱਸਿਆਵਾਂ ਨੇ, ਕਿਤੇ ਜੰਗਾਂ ਲੱਗੀਆਂ ਹੋਈਆਂ ਨੇ, ਅਸੀਂ ਸਿੱਖਿਆ ਨੂੰ ਲੈ ਕੇ, ਐਜੂਕੇਸ਼ਨ ਨੂੰ ਲੈ ਕੇ ਫਿਕਰਮੰਦ ਹਾਂ, ਅਸੀਂ ਸਿਹਤ ਸਹੂਲਤਾਂ ਨੂੰ ਲੈ ਕੇ ਫਿਕਰਮੰਦ ਹਾਂ। ਇੰਨੀ ਗਰੀਬੀ ਹੈ ਔਰ ਗਰੀਬੀ ਇੱਥੋਂ ਤੱਕ ਹੈ ਕਿ ਇੱਕ ਇਨਸਾਨ ਨੂੰ ਦੂਸਰੇ ਇਨਸਾਨ ਦੇ ਕੂੜੇ ਵਿੱਚੋਂ ਆਪਣੀ ਰੋਟੀ ਲੱਭਣੀ ਪੈਂਦੀ ਹੈ। ਸੋ ਇਹਨਾਂ ਸਾਰੇ ਮਸਲਿਆਂ ਵਿੱਚੋਂ ਕਿ ਵਾਤਾਵਰਣ ਦਾ ਮਸਲਾ ਇੰਨਾ ਜ਼ਿਆਦਾ ਇੰਪੋਰਟੈਂਟ ਹੈ, ਮਹੱਤਵਪੂਰਨ ਹੈ ਕਿ ਇਹਦੇ ਉੱਤੇ ਖਾਸ ਫੋਕਸ ਹੋਣਾ ਚਾਹੀਦਾ, ਇਕਾਗਰ ਹੋ ਕੇ ਕੰਮ ਕਰਨਾ ਚਾਹੀਦਾ। ਬਿਲਕੁਲ ਜੀ, ਜੇ ਨਾ ਹੋਵੇ ਤਾਂ ਐਡੇ ਵੱਡੇ ਲੈਵਲ ਤੇ ਅੱਜ ਦੀ ਡੇਟ ਤੁਸੀਂ ਦੇਖੋ ਸਾਰੀ ਦੁਨੀਆ ਦੇ ਲੋਕੀ ਸੈਲੀਬ੍ਰੇਟ ਕਰ ਰਹੇ ਆ ਔਰ ਕਿੰਨਾ ਇੰਪੋਰਟੈਂਟ ਇਸ਼ੂ ਹੈ। ਤਾਂ ਹੀ ਕਿਉਂਕਿ ਦੇਖੋ ਇੰਨਾ ਮੁਸ਼ਕਲ ਪੇਸ਼ ਆ ਰਹੀ। ਲੋਕੀ ਹੁਣ ਕੋਵਿਡ ਦੇ ਨਾਲ ਕੀ ਹੋਇਆ ਜੀ, ਸਾਰੇ ਲੋਕੀ ਅੰਦਰ ਚਲੇ ਗਏ, ਜਾਨਵਰ ਬਾਹਰ ਆ ਗਏ। ਤੁਸੀਂ ਦੇਖੋਗੇ ਕਿ ਜਿਹੜੀ ਨੇਚਰ ਹੈਗੀ ਹੈ, ਅਗਰ ਜ਼ਿਆਦਾਤਰ ਉਹਨੂੰ ਦਬਾਓਗੇ ਨਾ ਜ਼ਿਆਦਾ ਦੇਰ ਲਈ ਤਾਂ ਰਿਐਕਟ ਕਰਦੀ ਹੈ ਜੀ। ਔਰ ਜੋ ਵੀ ਅਸੀਂ ਕਰ ਰਹੇ, ਤੁਸੀਂ ਦੇਖੋ ਜ਼ੂਨੈਟਿਕ ਕਹਿੰਦੇ ਐਨੀਮਲਸ ਤੋਂ ਡਿਜ਼ੀਜ਼ਸ ਆ ਰਹੀਆਂ ਪਿਛਲੇ ਤੁਸੀਂ ਦੇਖੋ 25-30 ਸਾਲ ਦੇ ਅੰਦਰ, ਚਾਹੇ ਉਹ ਜਿੰਨੇ ਵੀ ਵਾਇਰਸਿਸ ਹੈ, ਉਹ ਸਾਰੇ ਦਾ ਰੀਜ਼ਨ ਕੀ ਹੈ ਕਿ ਅਸੀਂ ਛੇੜਛਾੜ ਜ਼ਿਆਦਾ ਕਰਦੇ ਹਾਂ। ਉਹ ਨੇਚਰ ਫਿਰ ਆਪਣਾ ਵਾਪਸ ਕਰਦੀ ਹੈ ਤੇ ਫਿਰ ਇਨਸਾਨ ਡਰ ਜਾਂਦਾ ਹੈ। ਸੋ ਮੈਨੂੰ ਇਹ ਸਮਝ ਆਉਂਦੀ ਹੈ ਕਿ ਜ਼ਿਆਦਾ ਛੇੜਛਾੜ ਇੱਕ ਲਿਮਿਟ ਤੱਕ ਅਸੀਂ ਡਿਵੈਲਪਮੈਂਟ ਕਰ ਸਕਦੇ ਹਾਂ। ਇਕਨੋਮਿਕਸ ਐਂਡ এনवायरमेंट ਅਲੱਗ-ਅਲੱਗ ਲੋਕੀ ਕਹਿੰਦੇ ਚੱਲਦੇ ਆ, ਇਹ ਇਸ ਤਰ੍ਹਾਂ ਅਲੱਗ-ਅਲੱਗ ਨਹੀਂ ਚੱਲ ਸਕਦੇ। ਦੋਨਾਂ ਨੂੰ ਰਲ ਮਿਲ ਕੇ ਹੀ ਇਕੱਠਾ ਕੰਮ ਕਰਨਾ ਪਏਗਾ ਕਿ ਲੋਕਾਂ ਦੀ ਨੀਡਸ ਵੀ ਪੂਰੀ ਹੋ ਜਾਣ ਤੇ এনवायरमेंट ਵੀ ਬਚਿਆ ਰਹੇ ਜੀ। ਤੇ ਇਸ 'ਚ ਇੱਕ ਚੀਜ਼ ਹੋਰ ਕਹਿਣੀ ਚਾਹੂੰਗਾ ਕਿ ਜਿਹੜੇ ਲੋਕ ਹੁੰਦੇ ਆ, ਮਤਲਬ
ਹਾਰਡਲੀ 1% ਲੋਕ ਹੈ ਜਿਹੜੇ এনवायरमेंट ਜ਼ਿਆਦਾ ਖਰਾਬ ਕਰਦੇ ਆ ਔਰ ਜਿਹੜੇ 80% ਲੋਕ ਹੈ ਉਹਨਾਂ ਨੂੰ ਇਸ ਚੀਜ਼ ਦਾ ਨੁਕਸਾਨ ਹੁੰਦਾ ਹੈ। ਤੇ ਇਹ ਵੀ ਇੱਕ ਜਿਹੜਾ ਮੁੱਦਾ ਹੈ। ਉਸ ਤੋਂ ਬਾਅਦ ਮੈਂ ਅਖੀਰ ਤੇ ਤੁਹਾਡੇ ਬਾਅਦ ਚਾਹੂੰਗਾ ਕਿ ਕਿਵੇਂ ਬੱਚੇ ਪੜ੍ਹਾਈ ਕਰਨ ਕਿ ਇਹ ਚੀਜ਼ਾਂ ਦੀ ਅਵੇਅਰਨੈਸ ਵਧੇ, ਉਹ ਅਗਲੇ ਵਿੱਚ ਆਪਾਂ ਡਿਸਕਸ਼ਨ ਕਰਾਂਗੇ। ਜ਼ਰੂਰ ਕਰਾਂਗੇ ਜੀ। ਮੈਂ ਇਹ ਕਹਿਣਾ ਚਾਹੁੰਦਾ ਕਿ ਵਾਤਾਵਰਣ ਨੂੰ ਸਵੱਛ ਰੱਖਣਾ, ਸਾਫ਼ ਰੱਖਣਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ, ਸਮਾਜਿਕ ਜ਼ਿੰਮੇਵਾਰੀ ਹੈ। ਹੁਣ ਇਹਦੇ ਵਿੱਚ ਦੋ ਰਾਹ ਨੇ, ਇੱਕ ਤਾਂ ਜੋ ਚੱਲਦਾ ਚੱਲਣ ਦਿਓ, ਦੇਖੀ ਜਾਏਗੀ ਜੋ ਹੋਏਗਾ। ਇੱਕ ਇਹ ਹੈ ਕਿ ਅਸੀਂ ਬਿਲਕੁਲ ਸੀਰੀਅਸ ਹੋ ਕੇ, ਗੰਭੀਰ ਹੋ ਕੇ ਇਸ ਮੁੱਦੇ ਦੇ ਉੱਤੇ ਕੰਮ ਕਰੀਏ। ਠੀਕ ਹੈ ਜੀ। ਸੋ ਜ਼ੋਰ ਦਿੱਤਾ ਜਾਂਦਾ ਹੈ ਕਿ ਸਟੈਂਡਰਡ ਆਫ ਲਿਵਿੰਗ ਵਧਾਉਣਾ ਹੈ, ਕੁਆਲਿਟੀ ਨੂੰ ਵਧਾਉਣਾ ਹੈ ਜੋ ਇਨਸਾਨ ਦੇ ਜੀਵਨ ਦੀ ਕੁਆਲਿਟੀ ਹੈ, ਤੇ ਨਾਲ ਇਕਨੋਮੀ ਨੂੰ ਵਧਾਉਣਾ ਹੈ। ਸਾਡੀ ਅਰਥਚਾਰਾ, ਅਰਥ ਵਿਵਸਥਾ ਮਜ਼ਬੂਤ ਹੋਣੀ ਚਾਹੀਦੀ ਹੈ, ਤੇ ਨਾਲ ਆ ਜਾਂਦਾ ਹੈ ਇਕੋਲੋਜੀ, ਵਾਤਾਵਰਣ ਆ ਜਾਂਦਾ ਹੈ। ਇਹ ਵਰਸਸ ਵਾਲਾ ਖੇਲ ਹੋ ਜਾਂਦਾ ਹੈ, ਇੱਕ ਦੂਜੇ ਦੇ ਖਿਲਾਫ ਹੋ ਜਾਂਦਾ ਹੈ। ਤਾਂ ਇਹਦੇ ਵਿੱਚੋਂ ਕੋਈ ਮੱਧ ਮਾਰਗ ਨਿਕਲ ਸਕਦਾ ਕਿ ਸਾਡੀ ਇਕੋਲੋਜੀ ਵੀ ਬਚੀ ਰਹੇ, ਇਕਨੋਮੀ ਵੀ ਬਚੀ ਰਹੇ, ਸਟੈਂਡਰਡ ਆਫ ਲਿਵਿੰਗ ਵੀ ਵਧੇ, ਸਾਡੀ ਜੀਵਨ ਵੀ ਖੁਸ਼ਹਾਲ ਹੋਵੇ ਔਰ ਵਾਤਾਵਰਣ ਨੂੰ ਕੋਈ ਨੁਕਸਾਨ ਵੀ ਨਾ ਹੋਵੇ। ਸਰ ਦੇਖੋ, ਜਿਹੜਾ ਮਕੈਨੀਕਲ ਚੀਜ਼ ਹੈ ਨਾ, ਆਟੋਮੈਟਿਕ, ਇਸ ਤਰ੍ਹਾਂ ਚੱਲ ਤਾਂ ਨਹੀਂ ਰਿਹਾ। ਦੁਨੀਆ ਜੇ ਚੱਲਦੀ ਹੋਵੇ ਤਾਂ ਅਸੀਂ ਅੱਜ ਡਿਸਕਸ਼ਨ ਇੱਥੇ ਬੈਠ ਕੇ ਨਾ ਦੂਰਦਰਸ਼ਨ ਜਲੰਧਰ ਡਿਸਕਸ਼ਨ ਨਾ ਕਰਦੇ ਹੋਈਏ। ਜੀ ਜੀ। ਇਹਦਾ ਮਤਲਬ ਹੈ ਕਿ ਸੀਰੀਅਸ ਇਸ਼ੂ ਹੈ, ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ। ਔਰ ਮੈਂ ਸਮਝਦਾ ਪਹਿਲੇ ਸੋਚਦੇ ਸੀ, ਅਮੀਰ ਬੰਦੇ ਸੋਚਦੇ ਸੀ ਕਿ ਸ਼ਾਇਦ ਅਸੀਂ ਨਾ ਪਾਣੀ ਦੀ ਬੋਤਲ ਲੈ ਲਾਂਗੇ। ਠੀਕ ਹੈ ਜੀ, ਕਿ ਗਰੀਬ ਜਿਹੜਾ ਇੰਡਸਟਰੀਲਿਸਟ ਹੈ, ਫੋਕਲ ਪੁਆਇੰਟ 'ਚ ਹੈ ਜਾਂ ਕੋਈ ਬੰਦਾ ਹੈ, ਉਹਨੂੰ ਪ੍ਰੋਬਲਮ ਹੈ। ਹੁਣ ਹਵਾ ਦੀ ਪ੍ਰੋਬਲਮ ਆ ਗਈ ਹੈ ਜੀ। ਹੁਣ ਹਵਾ ਦੇ ਵਿੱਚ ਤਾਂ ਉਹ ਡਿਸਕ੍ਰਿਮੀਨੇਟ ਤਾਂ ਕਰਦਾ ਨਹੀਂ ਕਿ ਮੈਂ ਅਮੀਰ ਹਾਂ, ਮੈਂ ਗਰੀਬ ਹਾਂ। ਤੇ ਮੈਨੂੰ ਲੱਗਦਾ ਕਿ ਇਨਸਾਨ ਨੂੰ ਨਾ ਉਹ ਨੇਚਰ ਕਹਿ ਰਹੀ ਹੈ ਕਿ ਜੇ ਤੂੰ ਨਾ ਰੁਕਿਆ, ਤੇ ਜਦੋਂ ਨੇਚਰ ਦਾ ਕਦੀ ਆਇਆ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦਊਂਗਾ ਕਿ ਲੰਡਨ ਸਮੌਗ ਜਦੋਂ ਹੋਈ ਸੀ 1954 ਦੇ ਵਿੱਚ, ਤੇ 4000 ਬੰਦੇ ਮਰ ਗਏ, 40000 ਬੰਦੇ ਬਿਮਾਰ ਪੈ ਗਏ। ਇੰਗਲੈਂਡ ਨੇ ਵੀ ਬੜੀ ਰੈਵੋਲੂਸ਼ਨ ਕੀਤੀ। ਉਹ ਨਾ ਨੇਚਰ ਹਮੇਸ਼ਾ ਇੰਡੀਕੇਸ਼ਨ ਦਿੰਦੀ ਹੈ ਕਿ ਮੈਂ ਖੁਸ਼ ਨਹੀਂ ਹੈ। ਜਦੋਂ ਅਸੀਂ ਉਹਨੂੰ ਦੁਬਾਰਾ ਇਗਨੋਰ ਕਰੀ ਜਾਂਦੇ ਹਾਂ ਨੇਚਰ ਨੂੰ, ਫਿਰ ਉਹ ਜਾ ਕੇ ਇੱਕ ਵਾਰੀ ਰਿਪਲਸਿਵ ਹੋ ਜਾਂਦੀ ਹੈ ਕਿ ਨਹੀਂ। ਉਸ ਟਾਈਮ ਜਦੋਂ ਫਿਰ ਇਨਸਾਨ ਫਿਰ ਬਹੁਤ ਡਰ ਜਾਂਦਾ ਹੈ। ਤੇ ਮੈਨੂੰ ਜੋ ਲੱਗਦਾ ਹੈ ਕਿ ਦੋ ਅਪਰੋਚਿਸ ਹੁੰਦੀਆਂ, ਇੱਕ ਹੁੰਦੀ ਪ੍ਰੀਵੈਂਸ਼ਨ, ਰੋਕਣਾ। ਅਸੀਂ ਜਦੋਂ ਪ੍ਰੋਬਲਮ ਬਹੁਤ ਵੱਧ ਜਾਂਦੀ ਹੈ ਨਾ, ਫਿਰ ਅਸੀਂ ਐਕਟਿਵ ਹੋ ਜਾਂਦੇ ਹਾਂ। ਸਾਡੀ ਫਿਲਾਸਫੀ, ਅਸੀਂ ਪ੍ਰੋਐਕਟਿਵ ਨਹੀਂ ਹੁੰਦੇ। ਤੇ ਮੈਨੂੰ ਜੋ ਲੱਗਦਾ ਕਿ ਪ੍ਰੋਐਕਟਿਵ ਉਦੋਂ ਹੋਵਾਂਗੇ ਕਿ ਪਹਿਲਾਂ ਹੀ ਸਾਨੂੰ ਪਤਾ ਲੱਗੇ ਕਿ ਅਗਲੇ 10 ਸਾਲਾਂ 'ਚ ਪ੍ਰੋਬਲਮ ਆਉਣ ਵਾਲੀ ਹੈ। ਜੇ ਅਸੀਂ ਸਾਰੇ ਬੱਚੇ, ਜਿਹੜੀ ਯੂਥ ਹੈਗਾ, ਉਹ ਪੜ੍ਹੇਗਾ ਤੇ ਉਹਨੂੰ ਸਮਝੇਗਾ ਤੇ ਉਹਦੇ ਨਾਲ ਇੱਕ ਪ੍ਰੈਸ਼ਰ ਮੇਨਟੇਨ ਕਰੇਗਾ ਸਿਸਟਮ ਦੇ ਉੱਤੇ in terms of transparency ਤੇ accountability। ਅਦਰਵਾਈਜ਼ ਮੈਨੂੰ ਲੱਗਦਾ ਹੈ ਕਿ ਅਦਰਵਾਈਜ਼ ਤੁਸੀਂ ਦੇਖੋ ਕਿ ਧਰਤੀ ਸਾਡੀ ਜਿਹੜੀ ਪੰਜਾਬ ਦੀ ਸੀ ਜਾਂ ਇੰਡੀਆ ਹੈ, ਇੰਨਾ ਹਰਾ ਭਰਾ ਹੈ। ਤੁਸੀਂ ਕਦੀ ਗੂਗਲ ਮੈਪਸ ਤੇ ਦੇਖੋ, ਸਾਰਾ ਹਰਾ ਹੈ। ਜਦੋਂ ਹਿਮਾਲਿਆ ਬਣੇ, ਤੁਸੀਂ ਦੇਖੋ ਅਗਰ ਧਰਤੀ ਦਾ ਪੁਰਾਣਾ, ਸਾਰੀ ਦੁਨੀਆ ਇੰਡੀਆ ਦੇ ਉੱਤੇ ਅਟੈਕ ਕਰਦੀ ਸੀ, ਰਾਜ ਕਰਨ ਆਉਂਦੀ ਸੀ। ਔਰ ਹੁਣ ਸਾਰੇ ਬੰਦੇ ਸਾਡੇ ਬਾਹਰ ਭੱਜੀ ਜਾ ਰਹੇ ਆ ਜੀ, ਯੂਰਪ, ਆਸਟ੍ਰੇਲੀਆ, ਅਮਰੀਕਾ। ਇਹਦਾ ਕੀ ਹੋ ਗਿਆ? ਉਹੀ ਧਰਤੀ ਸੀ ਇੰਨੀ ਸ਼ਾਨਦਾਰ ਜਿੱਥੇ ਲੋਕੀ ਆ ਕੇ ਵਸਣਾ ਚਾਹੁੰਦੇ ਸੀ, ਔਰ ਲੋਕੀ ਉੱਥੋਂ ਭੱਜੀ ਜਾ ਰਹੇ ਆ ਜੀ। ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕੁਝ ਗੜਬੜ ਤਾਂ ਹੈ। ਬਿਲਕੁਲ ਪ੍ਰੋਫੈਸਰ ਸਾਹਿਬ, ਜੇ ਇਤਿਹਾਸ ਨੂੰ ਆਪਾਂ ਦੇਖੋ ਤਾਂ ਹਿਮਾਲਿਆ ਪਰਬਤ ਦੀ ਯਾਤਰਾ ਸਾਊਥ ਤੋਂ ਸ਼ੁਰੂ ਹੁੰਦੀ ਹੈ ਔਰ ਹੌਲੀ ਹੌਲੀ ਵੱਧਦਾ ਉਹ ਇਸ ਵਕਤ ਜਿਸ ਸਥਿਤੀ 'ਚ ਹੈ, ਉੱਥੇ ਵੀ ਹਰ ਸਾਲ ਵੱਧਦਾ ਪਿਆ, ਉਹਦੀ ਹਾਈਟ ਵੱਧ ਰਹੀ ਹੈ, ਪੋਜੀਸ਼ਨ ਬਦਲ ਰਹੀ ਹੈ। ਸੋ ਇਹ ਤਾਂ ਹੈ, ਨੇਚਰ ਦੇ ਵਿੱਚ ਚੇਂਜ ਆਉਂਦੀ ਹੈ, ਬਦਲਾਵ ਆਉਂਦਾ ਹੈ। ਉਸੇ ਤਰ੍ਹਾਂ ਹੀ ਸਾਡੀ ਟੈਕਨੋਲੋਜੀ ਦੇ ਵਿੱਚ ਵੀ ਚੇਂਜ ਆਉਂਦੀ ਹੈ, ਸਾਡੀਆਂ ਸੋਚਾਂ ਵਿੱਚ ਚੇਂਜ ਆਉਂਦੀ ਹੈ, ਉਸੇ ਤਰ੍ਹਾਂ ਹੀ ਸਾਡੀਆਂ ਵੈਲਿਊਜ਼ ਦੇ ਵਿੱਚ ਚੇਂਜ ਹੁੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਲੈ ਕੇ ਤੁਰਦੇ ਹਾਂ ਤਾਂ ਇੱਕ ਚੀਜ਼ ਆਉਂਦੀ ਹੈ ਕਿ ਕਈ ਲੋਕ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਕਲਾਈਮੇਟ ਦੇ ਵਿੱਚ ਚੇਂਜ ਆ ਰਹੀ ਹੈ। ਉਹਨਾਂ ਲੋਕਾਂ ਨੂੰ ਕਿੱਦਾਂ ਤੁਸੀਂ ਡਿਸਕਸ਼ਨ ਦੇ ਵਿੱਚ ਲੈ ਕੇ ਆਉਣਾ ਹੈ, ਉਹਨਾਂ ਲੋਕਾਂ ਨੂੰ ਕਿਵੇਂ ਮਨਾਉਣਾ ਹੈ ਤਾਂ ਕਿ ਉਹ ਵੀ ਤੁਹਾਡੇ ਨਾਲ ਜੁੜ ਕੇ ਕੰਮ ਕਰ ਸਕਣ? ਦੇਖੋ ਜੀ, ਲੋਕਾਂ ਦੇ ਹਮੇਸ਼ਾ ਦੋ ਧੜੇ ਰਹਿੰਦੇ ਆ ਜ਼ਿੰਦਗੀ ਦੇ ਵਿੱਚ। ਲੋਕਾਂ ਨੇ ਕਹਿਣਾ ਜੀ ਨਈ ਚੀਜ਼ਾਂ ਹੋ ਰਹੀਆਂ, ਪਰ ਤੁਸੀਂ ਦੇਖੋਗੇ, ਤੁਸੀਂ এনवायरमेंट ਅਗਰ ਪੋਲਿਊਸ਼ਨ ਹੈ, ਇਹ ਦਿਖਦਾ। ਤੁਸੀਂ ਰਿਵਰਸ ਦੇਖ ਸਕਦੇ ਹੋ। ਇੰਡੀਆ ਦੇ ਵਿੱਚ 351, ਮੈਂ ਪੜ੍ਹ ਰਿਹਾ ਸੀ, ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਨੇ 51 ਰਿਵਰਸ ਜਿਹੜੇ ਹੈ ਉਹਨਾਂ ਨੂੰ ਕਿਹਾ ਜੀ ਉਹ ਕੈਟਾਗਰੀ 1 ਦੇ ਅੰਦਰ ਪੋਲਿਊਟਡ ਰਿਵਰਸ ਹੈ ਔਰ ਉਹਨਾਂ ਦਾ ਪਾਣੀ ਸਾਫ਼ ਕਰਨਾ ਹੈ। ਸੋ ਇਸ਼ੂ ਤਾਂ ਹੈਗਾ, ਜੇ ਇੰਨਾ ਹੀ ਵਧੀਆ ਹੋਵੇ ਤਾਂ ਸਾਡੇ ਬੰਦੇ ਬੱਚੇ ਬਾਹਰ ਕਿਉਂ ਜਾਣ? ਸਹੀ ਹੈ। ਤਾਂ ਮੈਂ ਕਹਿਣਾ ਚਾਹੁੰਦਾ ਕਿ ਇਹ ਇੱਕ ਇਸ਼ੂ ਹੈਗਾ ਔਰ ਸਾਨੂੰ ਸਾਰਿਆਂ ਨੂੰ ਪੜ੍ਹਨ ਦੀ ਜ਼ਰੂਰਤ ਹੈ ਔਰ ਸਿੱਖਣ ਦੀ ਜ਼ਰੂਰਤ ਹੈ। ਔਰ ਮੈਂ ਸਮਝਦਾ ਕਿ ਜਿੰਨਾ ਕੁ ਸਾਡੇ ਜਿਹੜਾ ਯੂਥ ਹੈ ਉਹ ਪੜ੍ਹੇਗਾ ਇਸ ਚੀਜ਼ ਨੂੰ, এনवायरमेंट ਸਾਇੰਸਿਸ ਨੂੰ, ਸਟੱਡੀਜ਼ ਨੂੰ, ਓਨਾ ਹੀ ਉਹ ਕਾਮਯਾਬ ਅੱਗੇ ਮਤਲਬ ਟਰਾਂਸਪੇਰੈਂਸੀ ਲਿਆ ਸਕਦੇ ਹੈ ਤੇ ਸਰਕਾਰਾਂ ਤੇ ਵੀ ਪ੍ਰੈਸ਼ਰ ਬਣਾ ਸਕਦੇ ਆ ਕਿ ਤੁਸੀਂ ਸਾਡਾ এনवायरमेंट ਅੰਡਰ ਕਨਸਟੀਟਿਊਸ਼ਨ ਵੀ ਜਿਹੜਾ ਸਾਫ਼ ਰੱਖਣਾ ਉਹਨਾਂ ਦੀ ਜ਼ਿੰਮੇਵਾਰੀ ਹੈ, ਸਾਡੀ ਵੀ ਹੈ, ਉਹਨਾਂ ਦੀ ਵੀ ਹੈ, ਦੋਨਾਂ ਦੀ। ਜ਼ਿੰਮੇਵਾਰ ਨਾਗਰਿਕ ਬਣੋ, ਰਿਸਪਾਂਸਿਬਲ ਸਿਟੀਜ਼ਨ ਤੁਸੀਂ ਬਣਾਉਣਾ ਚਾਹੁੰਦੇ ਹੋ ਬੱਚਿਆਂ ਨੂੰ, ਤਾਂ ਯੂਐਨਓ ਨੇ ਜਿਹੜਾ 10 ਸਾਲ ਦਾ ਮਕਸਦ ਰੱਖਿਆ ਹੈ, ਆਪਣੇ ਗੋਲਸ ਰੱਖੇ ਨੇ, ਟੀਚਾ ਰੱਖਿਆ ਹੈ, ਉਹ ਕੀ ਨੇ? ਉਹਨਾਂ ਬਾਰੇ ਜ਼ਰਾ ਜਾਣਕਾਰੀ ਦੇ ਦਈਏ ਬੱਚਿਆਂ ਨੂੰ। ਦੇਖੋ ਜੀ, ਯੂਨਾਈਟਿਡ ਨੇਸ਼ਨ ਦਾ ਹੁਣ ਦਾ ਗੋਲ ਤਾਂ ਹੈਗਾ ਜੀ ਡਿਕੇਡ ਫॉर ਇਕੋਸਿਸਟਮ ਰਿਸਟੋਰੇਸ਼ਨ। ਜੀ, ਇਕੋਸਿਸਟਮ ਕੀ ਇੱਕ ਤਾਣਾ ਬਾਣਾ ਹੈ ਜਿਹੜਾ ਕਿ ਪਲਾਂਟਸ ਦਾ,
ਐਨੀਮਲਸ ਦਾ, ਮਾਈਕਰੋ ਆਰਗੇਨਿਜ਼ਮ, ਜੀਵ ਜੰਤੂਆਂ ਦਾ এনवायरमेंट ਦੇ ਨਾਲ ਹੈ। ਇੱਕ ਨਾ ਬੜਾ ਯੂਨਿਟ ਬਣਿਆ ਹੋਇਆ। ਅਸੀਂ ਸੋਚਦੇ ਹਾਂ ਕਿ ਇੱਕ ਨਾ ਮਤਲਬ ਤੁਸੀਂ ਕੀ ਕਹਿ ਸਕਦੇ ਹੋ ਕਿ ਇੱਕ ਲਿਵਿੰਗ ਚੀਜ਼ ਹੈ, ਜਿੰਦੀ ਜਾਗਦੀ ਚੀਜ਼ ਹੈ। ਅਸੀਂ ਉਹਨੂੰ ਸੋਚਦੇ ਹਾਂ ਕਿ ਇੱਕ ਅਲੱਗ-ਅਲੱਗ ਚੀਜ਼ ਹੈ। ਜਦੋਂ ਅਸੀਂ ਅਲੱਗ-ਅਲੱਗ ਕੰਸੀਡਰ ਕਰਦੇ ਹਾਂ ਤੇ ਉਹ ਸਾਰਾ ਉਹਦਾ ਤਾਣਾ ਬਾਣਾ ਖਰਾਬ ਹੋ ਜਾਂਦਾ ਹੈ। ਤੇ ਉਸੇ ਤਾਣੇ ਬਾਣੇ ਖਰਾਬ ਹੋਣ ਦੇ ਕਾਰਨ ਯੂਨਾਈਟਿਡ ਨੇਸ਼ਨ ਦੇ 17 ਗੋਲ ਬਣਾਏ। ਉਹਨੂੰ ਸਸਟੇਨੇਬਲ ਡਿਵੈਲਪਮੈਂਟ ਗੋਲ ਕਹਿੰਦੇ ਆ। 2015 ਚ ਬਣੇ ਸੀ। 17 ਹੈਗੇ, ਉਹਦੇ ਵਿੱਚ ਹਵਾ ਵੀ ਹੈ, ਪਾਣੀ ਵੀ ਹੈ, ਸਮੁੰਦਰ ਵੀ ਹੈ, ਸਿਟੀਜ਼ ਵੀ ਹੈ। ਉਹ 17 ਗੋਲਸ ਨੂੰ ਅਸੀਂ 2030 ਤੱਕ ਅਚੀਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਤੇ ਇਸ ਲਈ ਹਰ ਗੋਲ ਦੇ ਵਿੱਚ ਉਹ ਕਹਿੰਦੇ ਆ ਕਿ ਸਾਡਾ ਇੰਡੈਕਸ ਕੀ ਹੈ। ਤਾਂ ਪਿੱਛੇ ਜੇ ਰਿਪੋਰਟ ਆਈ ਸਸਟੇਨੇਬਲ ਡਿਵੈਲਪਮੈਂਟ ਗੋਲ 2020 ਦੀ ਰਿਪੋਰਟ ਹੈ ਯੂਨਾਈਟਿਡ ਨੇਸ਼ਨ ਦੀ, ਸਾਡਾ ਜਿਹੜਾ ਰੈਂਕ ਆਇਆ ਇੰਡੀਆ ਦਾ 117 ਆਇਆ 197 ਚੋਂ। ਤੇ ਮੈਨੂੰ ਲੱਗਦਾ ਕਿ ਇਹ ਤਾਂ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈ। ਅਸੀਂ ਬੜੀ ਕੋਸ਼ਿਸ਼ ਕਰ ਰਹੇ ਹਾਂ ਕਿ ਰੈਂਕ ਵਧੇ। ਸਾਡਾ ਜਿਹੜਾ ਇੰਡੀਆ ਦੇ ਵਿੱਚ ਜਿਵੇਂ ਪੰਜਾਬ ਸਟੇਟ ਹੈ, ਅਸੀਂ 13ਵੇਂ ਰੈਂਕ ਤੇ ਆਉਂਦੇ ਹਾਂ ਇੰਨੀਆਂ ਸਟੇਟਾਂ ਦੇ ਵਿੱਚ। ਉਹ ਵੀ ਮਤਲਬ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹੋਰ ਰਿਵਰਸ ਜਿਹੜੇ ਸਾਫ਼ ਕਰੀਏ, ਕਿਉਂਕਿ ਸਾਨੂੰ ਦਿਖ ਰਿਹਾ ਚਾਹੇ ਉਹ ਬਿਆਸ ਹੈ, ਸਤਲੁਜ ਹੈ, ਰਾਵੀ ਹੈ, ਬੁੱਢਾ ਨਾਲਾ ਹੈ, ਹਰ ਚੀਜ਼ ਨੂੰ ਮੈਨੂੰ ਲੱਗਦਾ ਹੈ ਕਿ ਬਜਾਏ ਕਿ ਅਸੀਂ ਰਿਪੋਰਟ ਦੇ ਉੱਤੇ ਕਰੀਏ, ਚੀਜ਼ਾਂ ਦਿਖਣੀਆਂ ਔਰ ਮਹਿਸੂਸ ਕਰਨੀਆਂ ਜਿਹੜੀਆਂ ਉਹ ਜ਼ਿਆਦਾ ਜ਼ਰੂਰੀ ਹੈ। ਦੇਖੋ ਇਹਦੇ ਵਾਸਤੇ ਸੋਚ ਵੀ ਸਾਨੂੰ ਚਾਹੀਦੀ ਹੈ, ਪੁਖਤਾ ਔਰ ਸੋਲਿਡ ਔਰ ਪੋਜ਼ਿਟਿਵ ਸੋਚ ਚਾਹੀਦੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਪੱਕੀ ਸੋਚ। ਮਦਰ ਟੈਰੇਸਾ ਨੂੰ ਇੱਕ ਵਾਰੀ ਬੁਲਾਇਆ ਗਿਆ ਇਸੇ ਤਰ੍ਹਾਂ ਦੇ ਸਮਾਗਮ ਦੇ ਉੱਤੇ। ਉਹਦਾ ਨਾਂ ਸੀ ਐਂਟੀ ਪੋਲਿਊਸ਼ਨ, ਯਾਨੀ ਕਿ ਪ੍ਰਦੂਸ਼ਣ ਦੇ ਖਿਲਾਫ। ਕਹਿੰਦੇ ਨਾਂ ਚੇਂਜ ਕਰੋ ਨਹੀਂ ਤਾਂ ਮੈਂ ਨਹੀਂ ਆਵਾਂਗੀ। ਕਹਿੰਦੇ ਕੀ ਨਾਂ ਰੱਖੀਏ? ਤੁਸੀਂ ਲਿਖੋ ਵਾਤਾਵਰਣ ਦੇ ਪੱਖ ਦੇ ਵਿੱਚ। ਕਹਿੰਦੇ ਜਿੱਥੇ ਪਹਿਲਾਂ ਹੀ ਸ਼ਬਦ ਤੁਸੀਂ ਖਿਲਾਫ ਵਰਤ ਲਿਆ, ਤੁਹਾਡੇ ਅੰਦਰ ਤੇ ਪਹਿਲਾਂ ਹੀ ਨਕਾਰਾਤਮਕ ਭਾਵਨਾ ਆ ਗਈ। ਤੁਸੀਂ ਪਹਿਲਾਂ ਆਪ ਪੋਜ਼ਿਟਿਵ ਹੋਵੋ। ਸ਼ਬਦਾਂ ਦੀ ਚੋਣ ਬੜੇ ਧਿਆਨ ਨਾਲ ਕਰੋ, ਕਿਉਂਕਿ ਸ਼ਬਦ ਉਹਦੇ ਉੱਤੇ ਅਸਰ ਪਾਉਂਦੇ ਨੇ, ਸਾਡੇ ਮਨ ਦੇ ਉੱਤੇ ਅਸਰ ਪਾਉਂਦੇ ਨੇ। ਤਾਂ ਉਸੇ ਤਰ੍ਹਾਂ ਹੀ ਅਸੀਂ ਬੱਚਿਆਂ ਨੂੰ ਤਿਆਰ ਕਰ ਸਕਦੇ ਹਾਂ। ਹੁਣ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜਿਨ੍ਹਾਂ ਨਾਲ ਵਾਹ ਪੈਣਾ ਹੈ, ਜਿਨ੍ਹਾਂ ਨੂੰ ਅਸੀਂ ਸਮਝਾਉਣਾ ਹੈ, ਉਹ ਸਮਝਣ ਨੂੰ ਤਿਆਰ ਨਹੀਂ, ਜਾਂ ਉਹ ਸਮਝਦੇ ਨੇ ਤਾਂ ਸਮਝ ਕੇ ਕੰਮ ਕਰਨ ਨੂੰ ਤਿਆਰ ਨਹੀਂ। ਤੇ ਇਹਦਾ ਕੀ ਹੱਲ ਹੈ? ਦੇਖੋ ਜੀ, ਸਮਝਾ ਤੇ ਤੁਸੀਂ ਤਾਂ ਸਕਦੇ ਹੋ ਜੇ ਤੁਸੀਂ ਆਪ ਪਹਿਲਾਂ ਪੂਰੇ ਤਿਆਰ ਹੋਵੋ। ਤੇ ਮੇਰਾ ਫਿਰ ਉਹੀ ਵਾਪਸ ਸਵਾਲ ਹੈ, ਜਿੰਨੀ ਦੇਰ ਤੱਕ ਸਾਡਾ ਜਿਹੜਾ ਯੂਥ ਹੈ ਉਹ ਇਸ ਚੀਜ਼ ਨੂੰ ਪੂਰਾ ਨਹੀਂ ਸਮਝਦਾ। ਥੋੜੀ ਜਿਹੀ ਮੈਂ ਤੁਹਾਨੂੰ ਗੱਲ ਦੱਸਦਾ, ਥੋੜਾ ਜਿਹਾ ਟੈਕਨੀਕਲ ਹੈ ਕਿ ਜਿਵੇਂ 에ਅਰ ਕੁਆਲਿਟੀ ਇੰਡੈਕਸ ਹੈ, ਹਵਾ ਗੰਦੀ ਹੋ ਰਹੀ ਹੈ, ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਦਾ ਇੱਕ ਵੈਬਸਾਈਟ ਹੈ, ਉੱਥੇ ਉਹ ਆਨਲਾਈਨ ਡਾਟਾ ਸ਼ੋ ਕਰਦੀ ਹੈ। ਇਸ ਤਰ੍ਹਾਂ ਹੀ ਗੰਗਾ ਰਿਵਰ ਦੇ ਉੱਤੇ ਆਨਲਾਈਨ ਡਾਟਾ ਸ਼ੋ ਹੁੰਦਾ। ਅੱਜ ਕੱਲ੍ਹ ਸੈਂਸਰ ਲੱਗੇ ਹੋਏ ਆ, ਕਿਵੇਂ ਪਾਣੀ ਜਿਹੜਾ ਕਿੰਨਾ ਪੋਲਿਊਟ ਹੋ ਰਿਹਾ ਜੀ। ਠੀਕ ਹੈ ਜੀ। ਇਸ ਤਰ੍ਹਾਂ ਜਿਹੜਾ ਅੱਗਾਂ ਪਰਾਲੀ ਨੂੰ ਅੱਗ ਲੱਗਦੀ ਹੈ, ਉਹਦੇ ਬਾਰੇ ਵੀ ਮੈਂ ਥੋੜਾ ਜਿਹਾ ਕਹਿਣਾ ਚਾਹੂੰ। ਉਹ ਵੀ ਇੱਕ ਨਾਸਾ ਦੀ ਵੈਬਸਾਈਟ ਅਰਥ ਡਾਟਾ, ਉਹਦੇ ਉੱਤੇ ਅਸੀਂ ਦੱਸ ਸਕਦੇ ਹਾਂ ਕਿ ਫਲਾਣੀ ਜਗ੍ਹਾ ਤੇ ਅੱਗ ਲੱਗੀ, ਕਿਉਂਕਿ ਉਹ ਹੀਟ ਹੁੰਦੀ ਹੈ ਤੇ ਉਹ ਸੈਟੇਲਾਈਟ ਉਹਨੂੰ ਸੈਂਸਰ ਲੈ ਲੈਂਦਾ। ਇੱਥੇ ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਅਸੀਂ ਕਈ ਵਾਰ ਕਹਿੰਦੇ ਜੀ ਫਾਰਮਰਸ ਦੀ ਗੱਲ, ਕਿ ਫਾਰਮਰਸ ਨੇ ਇੱਕ ਦਿਨ ਅੱਗ ਲਗਾ ਲਈ ਆਪਣੇ ਫਸਲ ਨੂੰ। ਠੀਕ ਹੈ, ਫਾਰਮਰ ਨਹੀਂ ਮੰਨਦੇ ਕਈ ਵਾਰੀ, ਪਰ ਜਿਹੜੇ ਬਾਕੀ ਦਿਨ ਪੋਲਿਊਸ਼ਨ ਹੁੰਦਾ, ਇੰਡਸਟਰੀ ਦਾ ਜਿਹੜਾ ਧੂੰਆਂ ਨਿਕਲਦਾ ਚਿਮਨੀਆਂ ਦੇ ਵਿੱਚੋਂ, ਉਹਨੂੰ ਤਾਂ ਕੋਈ ਮਤਲਬ ਫੜਦਾ ਨਹੀਂ। ਤੇ ਇਹਦਾ ਮਤਲਬ ਕੀ ਹੈ ਕਿ ਉਹ ਕਿਉਂ ਨਹੀਂ ਫੜਿਆ ਜਾਂਦਾ? ਕਿਉਂਕਿ ਸੈਟੇਲਾਈਟ ਨੂੰ ਉਹ ਨਹੀਂ ਦਿਖਦਾ। ਸੈਟੇਲਾਈਟ ਨੂੰ ਜਦੋਂ ਅੱਗ ਲੱਗਦੀ ਹੈ ਉਹ ਤਾਂ ਸੈਂਸ ਕਰ ਲੈਂਦਾ, ਸੈਟੇਲਾਈਟ ਧੂਏ ਨੂੰ ਸੈਂਸ ਨਹੀਂ ਕਰਦਾ। ਤੇ ਇਹ ਇੱਕ ਬੜਾ ਇੱਕ ਚੱਕਾ ਜਿਹੜੀ ਪਬਲਿਕ ਹੈ ਉਹ ਸੋਚਦੀ ਹੈ ਕਿ ਸਾਨੂੰ ਤਾਂ ਕਹੀ ਜਾ ਰਹੇ ਆ, ਨੋ ਡਾਊਟ ਅੱਗ ਨਹੀਂ ਲਾਣੀ ਚਾਹੀਦੀ, ਪਰ ਜਿਹੜੇ ਬਾਕੀ ਦਿਨ ਹੈ ਉਦੋਂ ਪੋਲਿਊਸ਼ਨ ਕਿਉਂ ਹੈ? ਤਾਂ ਇਹ ਵੀ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ। ਕਈ ਵਾਰੀ ਸਾਡੀਆਂ ਸਰਕਾਰਾਂ ਆਪਸ ਦੇ ਵਿੱਚ, ਸੈਂਟਰ ਦੀ ਸਰਕਾਰ ਤੇ ਸਟੇਟ ਦੀ ਸਰਕਾਰ ਦੀ ਡਿਸਕਸ਼ਨ ਹੁੰਦੀ ਹੈ, ਤੇ ਪਰਾਲੀ ਦੇ ਉੱਤੇ ਬੜਾ ਡਿਸਕਸ਼ਨ ਚੱਲ ਰਹੀ ਹੈ, ਪਰ ਇਸ ਚੀਜ਼ ਨੂੰ ਸੋਚਣ ਦੀ ਲੋੜ ਹੈ। ਔਰ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਦੱਸੀਆਂ ਵੀ ਨਹੀਂ ਜਾਂਦੀਆਂ, ਬੋਲੀਆਂ ਵੀ ਨਹੀਂ ਜਾਂਦੀਆਂ, ਸਿਰਫ ਇੰਟੈਲੀਜੈਂਟ ਬੰਦਾ ਸਮਝ ਸਕਦਾ ਹੈ। ਸਮਝਾਉਣ ਦੀ ਗੱਲ ਆਪਾਂ ਕਰ ਰਹੇ ਹਾਂ। ਨਾਸਾ ਦੀ ਰਿਪੋਰਟ ਹੈ ਕਿ ਵਾਤਾਵਰਣ ਦੇ ਵਿੱਚ ਗਰਮੀ ਵੱਧ ਰਹੀ ਹੈ, ਸਭ ਤੋਂ ਵੱਡੀ ਚੁਣੌਤੀ ਹੈ। ਸਨ 2016 ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਵਿੱਚ ਪੈਰਿਸ ਐਨਵਾਇਰਨਮੈਂਟ ਐਗਰੀਮੈਂਟ ਸਾਈਨ ਹੋਇਆ, ਔਰ ਸਾਡੇ ਭਾਰਤ ਦੇ ਵਿੱਚ ਅਸੀਂ ਚੌਥੀ ਵਿਸ਼ਵ ਦੀ ਜਿਹੜੀ 5 ਵਰਸ਼ੀ ਪਲੈਨਿੰਗ ਹੈ, 5 ਵਰਸ਼ੀ ਯੋਜਨਾ ਹੈ 1968 ਤੋਂ 1973 ਦੇ ਵਿੱਚ, ਉਹਦੇ ਵਿੱਚ ਵੀ ਇਹ ਨਿਸ਼ਚਿਤ ਕੀਤਾ। ਪੂਰੀ ਦੁਨੀਆ ਦੇ ਵਿੱਚ ਇਹ ਚੀਜ਼ ਨਿਸ਼ਚਿਤ ਕੀਤੀ ਗਈ ਕਿ ਜਿਹੜੇ ਅਮੀਰ ਮੁਲਕ ਨੇ ਉੱਥੇ ਫੰਡਿੰਗ ਕਰਨਗੇ, ਪੈਸਾ ਦੇਣਗੇ, ਜਿੱਥੇ ਵਾਤਾਵਰਣ ਨੂੰ ਦਰੁਸਤ ਕਰਨ ਦੀ ਲੋੜ ਹੈ ਗਰੀਬ ਮੁਲਕਾਂ ਦੇ ਵਿੱਚ, ਕਿਉਂਕਿ ਗਲੇਸ਼ੀਅਰ ਪਿਘਲ ਰਹੇ ਨੇ, ਧਰਤੀ ਦੀ ਉਪਜਾਊ ਸ਼ਕਤੀ ਖਤਮ ਹੋ ਰਹੀ ਹੈ, ਜੰਗਲ ਸਾਫ਼ ਹੋ ਰਹੇ ਨੇ। ਤਾਂ ਕੀ ਇਹ ਵੱਡੇ ਲੋਕ, ਬੱਚਿਆਂ ਨੂੰ ਤਾਂ ਅਸੀਂ ਕਹਿ ਰਹੇ ਹਾਂ ਸਮਝਣ ਨੂੰ ਤਿਆਰ ਨਹੀਂ, ਇਹ ਵੱਡੇ ਲੋਕ ਸਮਝ ਰਹੇ ਨੇ ਜਿਹੜੇ ਐਗਰੀਮੈਂਟਸ ਦੇ ਉੱਤੇ ਸਾਈਨ ਕੀਤੇ ਨੇ ਉਹਦੇ ਮੁਤਾਬਿਕ ਇਨਵੈਸਟਮੈਂਟਸ ਹੋ ਰਹੀਆਂ ਨੇ? ਦੇਖੋ ਜੀ, ਇਸ 'ਚ ਜਿਹੜੇ ਅਮੀਰ ਲੋਕ ਜਿਨ੍ਹਾਂ ਨੇ ਡਿਵੈਲਪਮੈਂਟ ਕਰ ਲਈ ਹੈ, ਹੁਣ ਸਾਡੇ ਲੋਕ ਜਿਹੜੇ ਡਿਵੈਲਪਿੰਗ ਨੇਸ਼ਨ ਇਹ ਕਹਿੰਦੇ ਕਿ ਤੁਸੀਂ ਪੈਸੇ ਦਿਓ, ਤੇ ਬੜੇ ਕੰਟਰੀਆਂ ਨੇ, ਪਿੱਛੇ ਜੇ ਅਮਰੀਕਾ ਨੇ ਵੀ ਪੈਸੇ ਰੋਕ ਲਏ ਸੀ ਜੇ ਅਸੀਂ ਨਹੀਂ ਦੇਵਾਂਗੇ। ਹੁਣ ਉਹ ਐਡਮਿਨਿਸਟ੍ਰੇਸ਼ਨ ਚੇਂਜ ਹੋਈ ਹੈ ਯੂਨਾਈਟਿਡ ਸਟੇਟਸ ਦੀ, ਤਾਂ ਥੋੜਾ ਜਿਹਾ ਫਿਰ ਚੇਂਜ ਹੋਇਆ ਉਹਨਾਂ ਦਾ ਵਤੀਰਾ। ਤੇ ਇਹ ਇੱਕ ਬੜਾ, ਕਿਉਂਕਿ ਹੁਣ ਉਹਨਾਂ ਨੂੰ ਲੱਗਦਾ ਜਿਵੇਂ 에ਅਰ ਪੋਲਿਊਸ਼ਨ ਹੈ ਜੀ, ਉਹਦੇ ਵਿੱਚ ਕੋਈ ਬਾਉਂਡਰੀ ਤਾਂ ਹੈ ਨਹੀਂ ਜੀ, ਇਹ ਇੰਡੀਆ ਹੈ, ਪਾਕਿਸਤਾਨ ਹੈ, ਇਹ ਯੂਰਪ ਹੈ, ਇਹ ਕੈਨੇਡਾ ਹੈ, ਅਮਰੀਕਾ ਹੈ, ਇਸ ਤਰ੍ਹਾਂ ਦੀ ਕੋਈ ਗੱਲ ਤਾਂ ਖਤਮ ਹੋ ਗਈ ਹੈ ਹੁਣ। ਤੇ ਮੈਨੂੰ ਲੱਗਦਾ ਕਿ ਉਹ ਵੀ ਡਰੇ ਹੋਏ ਆ, ਔਰ ਜਿਸ ਤਰ੍ਹਾਂ ਦਾ ਹੁਣ ਮਾਹੌਲ ਆ ਰਿਹਾ ਹੈ,
ਜੇ ਅਸੀਂ ਜ਼ਿਆਦਾ ਛੇੜਖਾਨੀ ਕਰਾਂਗੇ ਵਾਤਾਵਰਨ ਦੇ ਨਾਲ ਤੇ ਅਵੇਅਰਨੈਸ ਨਹੀਂ ਲਿਆਵਾਂਗੇ ਪਬਲਿਕ ਦੇ ਵਿੱਚ, ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਆਪਣੀ ਹੋਂਦ ਨੂੰ ਖਤਰਾ ਹੈ। ਮੈਂ ਫਿਰ ਉਹੀ ਗੱਲ ਕਹਾਂਗਾ ਕਿ ਜਦੋਂ ਚੀਜ਼ ਹੋ ਜੇ ਫਿਰ ਤੁਸੀਂ ਉਸ ਤੇ ਐਕਸ਼ਨ ਲਓ। ਬੈਟਰ ਨਹੀਂ ਹੈ ਕਿ ਪਹਿਲਾਂ ਹੀ ਅਸੀਂ ਸਮਝ ਜੀਏ। ਤੇ ਉਹ ਜਿਹੜੇ 1% ਲੋਕ ਹੈਗੇ ਆ ਜਿਹੜੇ ਖਰਾਬ ਕਰਦੇ ਆ, ਉਹਨਾਂ ਨੂੰ ਫੜਨ ਦੀ ਲੋੜ ਹੈ। 99% ਜਿਹੜੇ ਇਨਸਾਨ ਹੈ ਉਹਨਾਂ ਦਾ ਕੋਈ ਰੋਲ ਨਹੀਂ। ਉਹ ਤਾਂ ਨਾਰਮਲ ਜ਼ਿੰਦਗੀ, ਬਹੁਤ ਸੇ ਲੋਕ ਤਾਂ ਇਦਾਂ ਦੇ ਆ ਜਿਨ੍ਹਾਂ ਨੂੰ ਆਪਣੇ ਸਿਰਫ ਰੋਜ਼ੀ ਰੋਟੀ ਲਈ, ਸਹੀ ਹੈ, ਉਹਨਾਂ ਨੇ ਕੀ ਪੋਲਿਊਸ਼ਨ ਕਰਨਾ। ਸੋ ਇਹਦੇ ਵਿੱਚ ਹੁਣ ਇਹ ਗੱਲ ਆਉਂਦੀ ਹੈ ਕਿ ਅਸੀਂ ਸਾਰੇ ਮਿਲ ਕੇ ਕੀ ਕਰ ਸਕਦੇ ਹਾਂ। ਇੱਕ ਤਾਂ ਤੁਹਾਡੀ ਗੱਲ ਤੋਂ ਸਾਬਿਤ ਹੋ ਰਿਹਾ ਕਿ ਅਸੀਂ ਨੇਚਰ ਨਾਲ ਛੇੜਖਾਨੀ ਬੰਦ ਕਰ ਦਈਏ, ਇੰਟਰਫੇਅਰ ਕਰਨਾ ਸਟਾਪ ਕਰ ਦਈਏ। ਸੈਕੰਡ, ਰੀਸਾਈਕਲ ਵੱਲ ਆਈਏ। ਔਰ ਇਸ ਦੇ ਉੱਤੇ ਪੂਰੀ ਵਰਲਡ ਲੈਵਲ ਤੇ ਵੀ ਇਹ ਗੱਲ ਹੋਈ ਹੈ ਕਿ ਜੋ ਵਪਾਰ ਹੁੰਦਾ ਹੈ, ਅਸੀਂ ਇੱਕ ਮੁਲਕ ਦੂਜੇ ਮੁਲਕ ਨੂੰ ਚੀਜ਼ਾਂ ਭੇਜਦੇ ਹਾਂ, ਉਹਦੇ ਵਿੱਚ ਜਿਹੜੀਆਂ ਪ੍ਰੋਡਕਟਸ ਬਣਾਈਆਂ ਜਾਣ ਉਹ এনवायरमेंट ਫ੍ਰੈਂਡਲੀ ਹੋਣ ਔਰ ਈਕੋਸਿਸਟਮ ਨੂੰ ਠੀਕ ਰੱਖਣ ਵਾਸਤੇ ਬਾਇਓਟੈਕਨੋਲੋਜੀ ਇਸਤੇਮਾਲ ਕੀਤੀ ਜਾਵੇ। ਤੇ ਨਾਲ ਜਿਹੜੀ ਪੈਕੇਜਿੰਗ ਹੈ ਜਿਹਦੇ ਵਿੱਚ ਸਾਰਾ ਕੁਝ ਪੈਕ ਹੋ ਕੇ ਆਉਂਦਾ ਹੈ, ਉਹ ਵੀ ਰੀਸਾਈਕਲ ਵਾਲੀ ਹੋਣੀ ਚਾਹੀਦੀ ਹੈ। ਜੇ ਉਹ ਵੀ ਨਾ ਹੋਈ ਤਾਂ ਤੁਹਾਡੇ ਆਰਡਰਸ ਕੈਂਸਲ ਹੋ ਜਾਣਗੇ। ਤਾਂ ਐਕਸਪੋਰਟ ਨੂੰ ਧਿਆਨ 'ਚ ਰੱਖ ਕੇ ਅਸੀਂ ਮਾਰਕੀਟ ਨੂੰ ਜੋ ਦੇਖ ਰਹੇ ਹਾਂ, ਇਹ ਵੀ ਸਾਰਾ ਕੁਝ ਦੇਖ ਕੇ ਅਸੀਂ ਚੱਲ ਰਹੇ ਹਾਂ। ਸੋ ਇਹ ਰੀਸਾਈਕਲਿੰਗ ਨੂੰ ਲੈ ਕੇ ਅਸੀਂ ਆਮ ਜ਼ਿੰਦਗੀ ਦੇ ਵਿੱਚ ਕੀ ਕਰ ਸਕਦੇ ਹਾਂ? ਦੇਖੋ ਜੀ, ਰੀਸਾਈਕਲਿੰਗ ਮਿਨੀਮਾਈਜ਼ ਕਰ ਸਕਦੇ ਹਾਂ। ਤੇ ਜਿਹੜੀ ਤੁਸੀਂ ਦੋ ਆਸਪੈਕਟ ਹੈ ਰੀਸਾਈਕਲਿੰਗ ਦਾ। ਇੱਕ ਆਸਪੈਕਟ ਹੈਗਾ ਇੰਡਸਟਰੀ ਦੇ ਪੁਆਇੰਟ ਆਫ ਵਿਊ ਨਾਲ ਕਿ ਮੈਂ ਮਾਲ ਬਾਹਰ ਭੇਜਣਾ ਤੇ ਮੈਂ ਗ੍ਰੀਨ ਇੱਕ ਤਰ੍ਹਾਂ ਦੇ ਲੇਬਲਿੰਗ ਕਰਨੀ ਹੈ। ਗ੍ਰੀਨ ਲੇਬਲਸ ਕਹਿੰਦੇ ਅਸੀਂ, ਯੂਕੇ ਦੀ ਇੱਕ ਏਜੰਸੀ ਉਹ ਲੇਬਲਿੰਗ ਵੀ ਕਰਦੀ ਹੈ। ਇੱਕ ਹੈਗਾ ਕਿ ਤੁਸੀਂ ਇੰਡੀਵਿਜੂਅਲੀ ਕੀ ਕਰ ਸਕਦੇ ਹੋ। ਦੇਖੋ, ਤੁਹਾਨੂੰ ਇੰਡੀਵਿਜੂਅਲੀ ਕੋਸ਼ਿਸ਼ ਤਾਂ ਕਰਨੀ ਪਏਗੀ ਰੀਸਾਈਕਲ ਮਟੀਰੀਅਲ ਕਰਨ ਦੀ, ਜਾਂ ਉਸ ਤੋਂ ਵੀ ਬੈਟਰ ਹੈ ਕਿ ਯੂਜ਼ ਘੱਟ ਕਰੋ, ਮਿਨੀਮਾਈਜ਼ ਉਹਦਾ ਯੂਜ਼ ਘੱਟ ਕਰੋ, ਰਾਦਰ ਦੈਨ ਕਿ ਰੀਸਾਈਕਲ ਵਾਲਾ ਅਸੀਂ ਹਰ ਚੀਜ਼ ਨੂੰ ਪੈਕ ਕਰੀਏ। ਲਿਫਾਫੇ ਅਸੀਂ ਬੰਦ ਕਰ ਸਕਦੇ ਹਾਂ। ਦੇਖੋ, ਅਗਰ ਬਹੁਤ ਛੋਟੀ ਜੀ ਗੱਲ ਹੈ ਤੇ ਅਸੀਂ ਜਿਹੜਾ ਬੈਗ ਲੈ ਕੇ ਉਹ ਦੁਬਾਰਾ ਮਤਲਬ ਉਹ ਸਟਾਇਰੋਫੋਮ ਦੇ ਜਿਹੜੇ ਬਾਕਸਿਸ ਨੇ ਪੈਕਿੰਗ ਦੇ, ਉਹ ਵੀ ਬੰਦ ਅਵੋਇਡ ਕਰ ਸਕਦੇ ਆ। ਉਹਦੇ ਨਾਲ ਦੇਖੋ ਅੱਗੇ ਜਿਹੜੇ ਉਹ ਲਿਫਾਫੇ ਹੈਗੇ ਆ, ਦੇਖੋ ਅੱਜ ਬੜਾ ਇੰਪੋਰਟੈਂਟ ਹੈ, ਪਲਾਸਟਿਕ ਵੀ ਬੜਾ ਇੰਪੋਰਟੈਂਟ ਹੈ। ਚਾਹੇ ਉਹ ਰਿਵਰਸ ਗੰਦੇ ਹੋ ਰਹੇ ਸਾਡੇ ਦਰਿਆ, ਚਾਹੇ ਉਹ ਐਨੀਮਲਸ ਖਾ ਲੈਂਦੇ ਆ, ਨਾਲੀਆਂ ਬੰਦ ਹੋ ਜਾਂਦੀਆਂ। ਤੇ ਮੈਨੂੰ ਲੱਗਦਾ ਕਿ ਇੱਕ ਲਿਟਰਿੰਗ ਜਿਹੜੀ ਬਹੁਤ ਵੱਡੀ ਪ੍ਰੋਬਲਮ ਹੈ এনवायरमेंट ਦੀ, ਉਸ 'ਤੇ ਵੀ ਉਹਦੇ ਵਿੱਚ ਇੰਡੀਵਿਜੂਅਲ ਬੰਦੇ ਦੀ ਕੰਟਰੀਬਿਊਸ਼ਨ ਜ਼ਿਆਦਾ ਹੈ ਰਾਦਰ ਦੈਨ ਕਿ ਪੂਰੀ ਇੰਡਸਟਰੀ ਦੀ ਜਾਂ ਅਸੀਂ ਕਾਰਪੋਰੇਟ ਵਰਲਡ ਦੀ ਗੱਲ ਕਰੀਏ ਤਾਂ ਜੀ। ਔਰ ਅਸੀਂ ਇਹ ਸਾਰੇ ਜਾਣਦੇ ਹਾਂ ਕਿ ਗੁਰੂ ਨਾਨਕ ਪਿਤਾ ਧਰਤੀ ਨੂੰ ਮਾਤਾ ਕਹਿੰਦੇ ਨੇ, ਤਾਂ ਕਦੇ ਇਕੱਲਿਆਂ ਬਹਿ ਕੇ ਸੋਚਿਓ ਕਿ ਧਰਤੀ ਦੀ ਖਾਤਰ ਕਦੇ ਸਾਡੀਆਂ ਅੱਖਾਂ ਵਿੱਚ ਹੰਝੂ ਆਉਂਦੇ ਨੇ ਕਿ ਨਹੀਂ ਆਉਂਦੇ। ਅੱਜ ਹੈ ਵਿਸ਼ਵ ਵਾਤਾਵਰਣ ਦਿਵਸ ਤੇ ਅੱਜ ਪ੍ਰੋਫੈਸਰ ਮਨਪ੍ਰੀਤ ਸਿੰਘ ਭੱਠੀ ਹੋਰੀ ਸਾਨੂੰ ਸੇਧ ਦੇ ਰਹੇ ਨੇ ਕਿਸੇ ਵਾਤਾਵਰਣ ਨੂੰ ਕਿਸ ਤਰ੍ਹਾਂ ਬਚਾ ਸਕਦੇ, ਆਪਣੇ ਆਪ ਨੂੰ ਸਮਰਪਿਤ ਕਿਵੇਂ ਕਰ ਸਕਦੇ ਹਾਂ ਵਾਤਾਵਰਣ ਦੇ ਪ੍ਰਤੀ। ਸੋ ਹੁਣ ਅਸੀਂ ਆਉਂਦੇ ਹਾਂ ਉਸ ਜੈਨਰੇਸ਼ਨ ਦੇ ਉੱਤੇ, ਉਹਨਾਂ ਲੋਕਾਂ ਦੇ ਉੱਤੇ ਜਿਹੜੇ ਵਾਕਈ ਦਿਲੋਂ ਕੰਮ ਕਰਨਾ ਚਾਹੁੰਦੇ ਨੇ। ਉਹਨਾਂ ਨੂੰ ਇਹ ਸਾਰੀ ਜਾਣਕਾਰੀ ਕਿੱਥੋਂ ਮਿਲੇ ਤਾਂ ਕਿ ਉਹ ਪੂਰੀ ਜਾਣਕਾਰੀ ਦੇ ਨਾਲ ਕੰਮ ਕਰ ਸਕਣ? ਦੇਖੋ ਸਰ, ਦੋ ਆਸਪੈਕਟ ਹੈ ਜੀ। ਇੱਕ ਤਾਂ ਹੈ ਜਾਣਕਾਰੀ ਲੈਣਾ, ਇੱਕ ਕਹਿੰਦੇ ਇਨਫੋਰਮੇਸ਼ਨ ਇੰਟਰਨੈਟ ਤੇ ਬਹੁਤ ਪਈ ਹੈ ਜੀ। ਉਸ ਤੋਂ ਬਾਅਦ ਆਉਂਦੀ ਹੈ ਨੌਲੇਜ ਜੀ, ਉਹਨੂੰ ਸਮਝਣਾ। ਉਸ ਤੋਂ ਤੀਜੀ ਚੀਜ਼ ਹੈ ਵਿਜ਼ਡਮ ਮਤਲਬ ਵਿਚਾਰ ਵਟਾਂਦਰਾ ਕਰਕੇ, ਜਿਵੇਂ ਅਸੀਂ ਬੈਠੇ ਹਾਂ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਤਾਂ ਉਹਦਾ ਜਿਹੜਾ ਫਾਇਦਾ ਹੈ, ਜਿੰਨੀ ਦੇਰ ਤੱਕ ਤੁਸੀਂ ਉਹਨੂੰ ਪੜ੍ਹਦੇ ਨਹੀਂ, ਪੜ੍ਹ ਕੇ ਉਹਨੂੰ ਸੋਚਦੇ ਨਹੀਂ ਤੇ ਉਸ ਤੇ ਵਿਚਾਰ ਨਹੀਂ ਕਰਦੇ, ਇਕੱਲੇ ਬੈਠ ਕੇ ਡਿਸਕਸ਼ਨ 'ਚ ਵੀ ਨਹੀਂ ਮੈਂ ਕਹਿ ਰਿਹਾ ਕਿ ਡਿਸਕਸ ਕਰੋ, ਸੋਚੋ। ਔਰ ਫਿਰ ਜਦੋਂ ਫੀਲਡ 'ਚ ਜਾ ਕੇ ਤੁਸੀਂ ਕੰਮ ਕਰੋਗੇ, ਚਾਹੇ ਆਪਣੇ ਲੋਕਲ ਏਰੀਆ 'ਚ ਜਾ ਕੇ ਤੁਸੀਂ ਕੋਈ ਵੀ ਪੌਂਡ 'ਤੇ ਕੰਮ ਕਰੋ, ਤੁਸੀਂ ਕਿਤੇ ਟ੍ਰੈਫਿਕ ਤੇ ਕੰਮ ਕਰੋ, ਛੋਟੀਆਂ ਚੀਜ਼ਾਂ ਅੱਜ ਕੱਲ੍ਹ ਅਵੇਲੇਬਲ ਹੈ ਪ੍ਰੈਕਟੀਕਲ ਲੈਵਲ ਦੇ ਵਿੱਚ, ਜਿਵੇਂ ਆਲ ਓਵਰ ਦਾ ਵਰਲਡ ਜਿਵੇਂ ਦੁਨੀਆ 'ਚ ਬੱਚੇ ਕਰਦੇ ਆ, ਉਹਨੂੰ ਕਰਾਂਗੇ ਫਿਰ ਸਿੱਖਾਂਗੇ। ਸਮਝ ਕਿਤਾਬਾਂ 'ਚੋਂ ਮਿਲਦੀ ਹੈ ਸ਼ੁਰੂਆਤ 'ਚ, ਪਰ ਅਲਟੀਮੇਟਲੀ ਸਮਝ ਜਿਹੜੀ ਹੈ ਉਹ ਫੀਲਡ 'ਚੋਂ ਮਿਲਦੀ ਹੈ। ਤੇ এনवायरमेंटल ਜਿਹੜਾ ਸਾਇੰਸਿਸ ਜਾਂ ਸਟੱਡੀਜ਼ ਫੀਲਡ ਹੈ, ਉਹ ਫੀਲਡ ਦਾ, ਨਾ ਕਿ ਕਮਰਿਆਂ 'ਚ ਬੈਠ ਕੇ ਏਸੀ ਕਮਰੇ ਦੇ ਵਿੱਚ ਉਹਨੂੰ ਕਰਨ ਦਾ। ਤੇ ਮੈਨੂੰ ਲੱਗਦਾ ਹਰ ਇੱਕ ਨੂੰ, ਮੈਂ ਐਜ਼ ਏ ਅੰਮ੍ਰਿਤਸਰ, ਜਿਵੇਂ ਅਸੀਂ ਅੰਮ੍ਰਿਤਸਰ ਰਹਿੰਦੇ ਹਾਂ ਤੇ ਅਸੀਂ ਵੀ NGO ਨਾਲ ਕਦੀ ਬਹੁਤ ਵਾਰੀ, ਜਿਵੇਂ ਮੈਂ ਸੋਚਦਾ ਕਿ 20% ਜਿਹੜਾ ਸਮਾਂ ਹੈ ਉਹ NGOs ਨੂੰ ਦੇ ਕੇ, ਠੀਕ ਹੈ ਜੀ, ਉਹਨੂੰ ਦੇ ਕੇ ਇੱਕ ਵਾਰੀ ਅਸੀਂ ਟਾਇਲਟ ਸਟੱਡੀ ਕੀਤੇ ਸਾਰੇ ਸ਼ਹਿਰ ਦੇ ਗੰਦੇ ਟਾਇਲਟਸ, ਇੱਕ ਵਾਰੀ ਅਸੀਂ ਭਗਤਾਂ ਵਾਲਾ ਜਿਹੜਾ ਸੋਲਿਡ ਵੇਸਟ ਡੰਪ ਸੀਗਾ ਉਹ ਦੇਖਿਆ, ਕਦੀ ਅਸੀਂ ਦਰਖਤਾਂ ਦਾ ਦੇਖਿਆ, ਕਦੀ ਪਾਰਕ 'ਚ ਜਾ ਕੇ ਲੋਕਾਂ ਨੂੰ ਗਾਈਡ ਕੀਤਾ। ਕੋਸ਼ਿਸ਼ ਕਰੀਦੀ ਹੈ ਕਿ ਐਤਵਾਰ ਜਾਂ ਸ਼ਨੀਵਾਰ ਜੇ ਕੋਈ ਫ੍ਰੀ ਦਿਨ ਹੈ ਤੇ ਉਹਨਾਂ ਨੂੰ ਜਾ ਕੇ ਪੜ੍ਹਾਈ ਤੋਂ ਇਲਾਵਾ ਵੀ, ਔਰ ਜਿਹੜੀ ਨੌਲੇਜ ਉੱਥੋਂ ਮਿਲਦੀ ਹੈ ਉਹਨੂੰ ਫਿਰ ਅਸੀਂ ਕਲਾਸ ਦੇ ਵਿੱਚ ਇਸਤੇਮਾਲ ਕਰਦੇ ਹਾਂ। ਤਾਂ ਇਹ ਆਪਸ 'ਚ ਇੱਕ ਬੜਾ ਐਕਸਚੇਂਜ ਹੈਗਾ ਕਿ ਪ੍ਰੈਕਟੀਕਲ ਨੌਲੇਜ ਮਿਲ ਜਾਂਦੀ ਹੈ ਔਰ ਤੁਸੀਂ ਬੱਚਿਆਂ ਨੂੰ ਦੱਸਦੇ ਹੋ, ਔਰ ਬੱਚਿਆਂ ਦੀ ਜਿਹੜੀ ਨੌਲੇਜ ਕਿਤਾਬਾਂ 'ਚੋਂ ਮਿਲਦੀ ਹੈ ਉਹ ਉਹਨਾਂ ਨਾਲ ਸ਼ੇਅਰ ਕਰਦੇ ਹੋ। ਸੋ ਇਸ ਤਰ੍ਹਾਂ ਜ਼ਿੰਦਗੀ ਜਿਹੜੀ ਹੈ ਸਾਰੇ ਅਗਰ ਕਰਨਗੇ ਤੇ, ਪਰ ਪੜ੍ਹਾਈ ਜ਼ਰੂਰੀ ਹੈ। ਸਿੱਧਾ ਤੁਸੀਂ এনवायरमेंट ਫੀਲਡ 'ਚ ਨਹੀਂ ਜਾ ਸਕਦੇ ਕਿਉਂਕਿ ਤੁਹਾਨੂੰ ਸਮਝ ਹੀ ਨਹੀਂ ਹੈ ਕਰਨਾ ਕੀ ਹੈ, ਤੁਹਾਨੂੰ ਪਤਾ ਹੀ ਨਹੀਂ ਕਿਹੜੇ ਬੰਦੇ ਨਾਲ ਕੀ ਦੇਣੀ, ਕੰਪਲੇਂਟ ਵੀ ਤੁਹਾਨੂੰ ਨਹੀਂ ਪਤਾ ਕਿਹਨੂੰ ਦੇਣੀ ਹੈ।
ਹਰ ਚੀਜ਼ ਦਾ ਇੱਕ ਮੈਕੈਨਿਜ਼ਮ ਹੈ। ਉਹ ਮੈਕੈਨਿਜ਼ਮ ਅਗਰ ਤੁਸੀਂ ਨਹੀਂ ਸਮਝਦੇ ਤਾਂ ਮੈਨੂੰ ਲੱਗਦਾ ਕਿ ਜਿਵੇਂ ਮੁਸ਼ਕਿਲ ਹੈ ਕੰਮ ਕਰਨਾ। ਮੁਸ਼ਕਿਲ ਹੈ ਕੰਮ ਕਰਨਾ। ਦੇਖੋ ਬਾਇਓਡਾਇਵਰਸਿਟੀ ਦੀ ਅਸੀਂ ਗੱਲ ਕਰੀਏ, ਕਈ ਦਰਖਤਾਂ ਦੀਆਂ ਜਾਤੀਆਂ ਖਤਮ ਹੋ ਚੁੱਕੀਆਂ ਨੇ, ਕਈ ਜੀਵਾਂ ਦੀਆਂ, ਪੰਛੀਆਂ ਪਰਿੰਦਿਆਂ ਦੀਆਂ ਜਾਤੀਆਂ ਖਤਮ ਹੋ ਚੁੱਕੀਆਂ ਨੇ, ਔਰ ਇੱਕ ਪਾਸੇ ਪਾਪੂਲੇਸ਼ਨ ਵੱਧ ਵੀ ਰਹੀ ਵਧੀ ਹੈ ਇਨਸਾਨਾਂ ਦੀ, ਔਰ ਐਨੀਮਲਸ ਜਾਨਵਰਾਂ ਦੀ ਵੀ ਪਾਪੂਲੇਸ਼ਨ ਵੱਧਦੀ ਪਈ ਹੈ। ਔਰ ਸਾਰਿਆਂ ਦੇ ਜਮਾਂਦਰੂ ਕੋਈ ਰਾਈਟਸ ਵੀ ਨੇ, ਹੱਕ ਵੀ ਨੇ, ਕੁਦਰਤ ਵੱਲੋਂ ਹੀ ਹੱਕ ਮਿਲੇ ਹੋਏ ਨੇ ਸਾਰਿਆਂ ਨੂੰ, ਉਹਨਾਂ ਦਾ ਵੀ ਖਿਆਲ ਰੱਖਣਾ ਹੈ, ਵੱਧਦੀ ਹੋਈ ਪਾਪੂਲੇਸ਼ਨ ਦਾ ਵੀ ਖਿਆਲ ਰੱਖਣਾ ਹੈ। ਐਗਰੀਕਲਚਰ ਵਾਸਤੇ ਸਾਨੂੰ ਉਨੀ ਜ਼ਮੀਨ ਚਾਹੀਦੀ ਹੈ ਤਾਂ ਕਿ ਖੁਰਾਕ ਪੈਦਾ ਹੋ ਸਕੇ, ਜਾਨਵਰਾਂ ਦੀ ਖੁਰਾਕ ਵਾਸਤੇ ਵੀ ਸਾਨੂੰ ਪੂਰੀ ਭੂਮੀ ਚਾਹੀਦੀ ਹੈ, ਸੋ ਜ਼ਮੀਨ ਉਨੀ ਕੀ ਹੈ। ਲੈਂਡ ਮੈਨੇਜਮੈਂਟ ਦਾ ਕੰਮ ਵੀ ਇੱਥੇ ਆ ਜਾਂਦਾ ਹੈ। ਕਹਿੰਦੇ ਨੇ ਕਿ ਅੱਜ ਕੱਲ੍ਹ ਤਰੱਕੀ ਜਿਹੜੀ ਹੈ ਹੌਰੀਜ਼ੋਨਟਲ ਨਹੀਂ ਹੋਣੀ ਚਾਹੀਦੀ, ਵਰਟੀਕਲ ਹੋਣੀ ਚਾਹੀਦੀ, ਕਿ ਉੱਤੇ ਨੂੰ ਫਲੈਟ ਸਿਸਟਮ ਬਣਾਓ ਨਾ ਕਿ ਵੱਡੇ ਵੱਡੇ ਘਰ ਬਣਾ ਲਓ, ਕਿਉਂਕਿ ਜ਼ਮੀਨ ਵੇਸਟ ਹੋਏਗੀ। ਇਹ ਵੀ ਚੀਜ਼ ਅਪਣਾਉਣੀ ਪਏਗੀ, ਔਰ ਤਰ੍ਹਾਂ ਤਰ੍ਹਾਂ ਦੀ ਇਰੀਗੇਸ਼ਨ ਅਪਣਾਉਣੀ ਪਏਗੀ। ਡਰਾਈ ਲੈਂਡ ਵਾਸਤੇ ਜਿਹੜੀ ਫਸਲਾਂ ਨੇ ਉਹ ਅਲੱਗ ਆ ਜਾਣਗੀਆਂ, ਔਰ ਕਈ ਜੰਗਲਾਂ ਦੀ ਖੇਤੀ ਵੀ ਕਰਨੀ ਪੈਣਗੀਆਂ। ਤਮਾਮ ਕੋਸ਼ਿਸ਼ਾਂ ਹੋ ਰਹੀਆਂ ਨੇ, ਲੇਕਿਨ ਗ੍ਰਾਸ ਰੂਟ ਲੈਵਲ ਤੇ ਉੱਤੇ ਲੋਕਾਂ ਨੂੰ ਜੋੜਨਾ ਹੈ ਇਹਦੇ ਨਾਲ। ਉਹਦੇ ਵਾਸਤੇ ਤੁਸੀਂ ਕੀ ਵਿਜ਼ਨ ਦੇਖਦੇ ਹੋ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਅਸੀਂ ਨਾ ਲੋਕਾਂ ਨੂੰ ਕੋਈ ਛੋਟਾ ਜਿਹਾ ਸਕਸੈਸਫੁਲ ਪ੍ਰੋਜੈਕਟ ਕਰਕੇ ਦਿਖਾਈਏ। ਓਕੇ, ਅਸੀਂ ਹੁੰਦਾ ਕੀ ਹੈ ਕਿ ਜਿਵੇਂ ਸਾਡੇ ਕੋਲ ਪੈਸੇ ਹੈ, 100 ਰੁਪਏ ਹੈ, ਅਸੀਂ ਸਾਰਿਆਂ ਨੂੰ 1-1 ਰੁਪਏ ਵੰਡ ਦਿੰਦੇ ਹਾਂ, ਉਹਦੇ 'ਚ ਕੁਛ ਨਹੀਂ ਨਿਕਲਦਾ। ਹੋਣਾ ਕੀ ਚਾਹੀਦਾ ਹੈ, ਅਸੀਂ ਉਸ 100 ਰੁਪਏ ਦਾ ਇੱਕ ਐਸੀ ਜਗ੍ਹਾ ਤੇ 2 ਮਾਡਲ ਤਿਆਰ ਕਰੀਏ ਜਿਹਨੂੰ ਆ ਕੇ ਲੋਕੀ, ਪਬਲਿਕ, ਪਿੰਡਾਂ ਦੇ ਲੋਕ, ਸਕੂਲਾਂ ਦੇ ਬੱਚੇ, ਕਾਲਜਾਂ ਦੇ ਬੱਚੇ ਆ ਕੇ ਦੇਖਣ, ਉਹਨਾਂ ਨੂੰ ਲੱਗੇ ਕਿ ਹਾਂ ਇਹ ਚੀਜ਼ ਹੋ ਰਹੀ ਹੈ। ਹੁਣ ਤੁਸੀਂ ਦੇਖੋਗੇ ਯੂਨਾਈਟਿਡ ਨੇਸ਼ਨ ਨੇ ਨਾ, ਮੈਂ ਕੱਲ੍ਹ ਹੀ ਵੈਬਸਾਈਟ ਤੇ ਦੇਖ ਰਿਹਾ ਸੀ, ਤੰਜ਼ਾਨੀਆ ਦੇ ਵਿੱਚ ਨਾ ਇੱਕ 3 ਸਾਲ ਦੇ ਵਿੱਚ ਇਕੋਸਿਸਟਮ ਰਿਸਟੋਰੇਸ਼ਨ ਕੀਤੀ। ਇੱਕ ਬਿਲਕੁਲ ਬੈਰਨ ਲੈਂਡ ਸੀ ਖਾਲੀ, ਉਹਦੇ 'ਚ ਹਰਾ ਭਰਾ ਉਹਨਾਂ ਨੇ ਕਰਤਾ 3 ਸਾਲਾਂ 'ਚ, ਔਰ ਉਹਨਾਂ ਨੇ ਫੋਟੋ ਲਗਾ ਰੱਖੀ ਹੈ ਵੈਬਸਾਈਟ ਤੇ। ਉਹ ਜਦੋਂ ਫੋਟੋ ਦਿਖਾਉਂਦੇ ਆ, ਇਹਦਾ ਮਤਲਬ ਉਹ ਲੋਕਾਂ ਨੂੰ ਦੱਸਦੇ ਆ ਕਿ ਇਹ ਚੀਜ਼ ਹੋ ਸਕਦੀ ਹੈ। ਸਾਡੀ ਸਭ ਤੋਂ ਵੱਡੀ ਜਿਹੜੀ ਕਾਮਯਾਬੀ ਤਾਂ ਹੋਏਗੀ ਜਦੋਂ ਅਸੀਂ ਸੋਚਾਂਗੇ ਕਿ ਹੋ ਸਕਦਾ ਹੈ। ਅਸੀਂ ਕਈ ਵਾਰੀ ਹਿੰਮਤ ਵੀ ਛੱਡ ਦਿੰਦੇ ਆ। ਤੁਸੀਂ ਦੇਖੋਗੇ ਕਿ ਜੀ ਸਾਡੇ ਦੇਸ਼ ਦਾ ਕੁਝ ਨਹੀਂ ਬਣ ਸਕਦਾ। ਹਿੰਮਤ ਛੱਡ ਕੇ ਤਾਂ ਦੇਖੋ, ਸਾਰੇ ਭੱਜਣਾ ਤੇ ਬਹੁਤ ਸੌਖਾ ਹੈ ਜ਼ਿੰਦਗੀ ਚੋਂ। ਸਾਰੇ ਲੋਕੀ ਬਾਹਰ ਚਲੇ ਜਾਣ, ਕਹਿੰਦੇ ਕੈਨੇਡਾ ਬੜਾ ਵਧੀਆ ਜੀ, ਕੋਈ ਅਮਰੀਕਾ, ਕੋਈ ਆਸਟ੍ਰੇਲੀਆ। ਮੈਨੂੰ ਲੱਗਦਾ ਕਿ ਇੱਥੇ ਰਹਿ ਕੇ ਜਿਹੜੇ ਪੜ੍ਹੇ ਲਿਖੇ ਬੰਦੇ ਆ, ਔਰ ਉਹਨਾਂ ਨੂੰ ਹੋਰ ਲੋਕਾਂ ਨੂੰ ਗਾਈਡ ਕਰਨ ਤੇ ਅੱਗੇ ਮਤਲਬ ਵਧਾਉਣ, ਉਹਨਾਂ ਨੂੰ ਕਹਿਣ ਨਹੀਂ ਇੱਥੇ ਸਾਡੀ ਇਹੀ ਘਰ ਹੈ। ਤੁਸੀਂ ਕਿੰਨੀ ਦੇਰ ਭੱਜੋਗੇ ਜ਼ਿੰਦਗੀ ਤੋਂ? ਫਿਰ ਕੈਨੇਡਾ ਤੋਂ ਭੱਜੋਗੇ ਤੁਸੀਂ। ਸੋ ਇਹ ਜਿਹੜਾ ਗਲੋਬਲ ਵਿਲੇਜ ਹੈ ਨਾ ਕਨਸੈਪਟ, ਤੁਸੀਂ ਕਹਿੰਦੇ ਜਿਹੜਾ ਥਿੰਕ ਗਲੋਬਲ ਐਕਟ ਲੋਕਲ, ਪੜ੍ਹੋ ਜ਼ਰੂਰ ਉਹ ਸਾਰਾ ਕੁਝ, ਔਰ ਕੰਮ ਜਿਹੜਾ ਆਪਣੇ ਏਰੀਏ ਦੇ ਵਿੱਚ 50 ਕਿਲੋਮੀਟਰ 100 ਕਿਲੋਮੀਟਰ ਦੇ ਅੰਦਰ ਹਰ ਇੱਕ ਬੰਦਾ ਕਰੇ, ਤਾਂ ਹੋ ਸਕਦਾ ਅਵੇਅਰਨੈਸ ਆਏਗੀ, ਲੋਕੀ ਪੜ੍ਹੇ ਹੋਣਗੇ। ਉਹ ਜਿਹੜੇ 1% ਬੰਦੇ ਹੈ ਉਹ ਡਰਨਗੇ ਫਿਰ। ਬਿਲਕੁਲ ਸਹੀ ਗੱਲ ਹੈ। ਪੂਰੀ ਦੁਨੀਆ ਨੂੰ ਦੇਖੋ, ਪੂਰੀ ਦੁਨੀਆ ਦੀ ਜਾਣਕਾਰੀ ਲਓ, ਪਰ ਜਿੱਥੇ ਬੈਠੇ ਹੋ ਕੰਮ ਤਾਂ ਤੁਸੀਂ ਉੱਥੇ ਹੀ ਕਰਨਾ ਹੈ। ਬਿਲਕੁਲ ਬਿਲਕੁਲ। ਇੱਕ ਸ਼ਬਦ ਜੀਵਨ, ਜੋ ਅਸੀਂ ਬਾਰ-ਬਾਰ ਚਰਚਾ ਕਰਦੇ ਹਾਂ ਕਿ ਜੀਵ ਤੇ ਵਨ ਦੋਵਾਂ ਨੂੰ ਮਿਲਾ ਕੇ ਬਣਦਾ ਹੈ, ਔਰ ਅੱਜ ਵੀ ਇਹਦੇ ਬਾਰੇ ਗੱਲ ਕਰਾਂਗੇ ਕਿ ਵਨਾਂ ਦੀ ਹੀ ਬਦੌਲਤ ਜੀਵ ਹੈ ਤਾਂ ਹੀ ਜੀਵਨ ਬਣਦਾ ਹੈ। ਤਾਂ ਇਹ ਛੋਟੀ ਜਿਹੀ ਗੱਲ ਸਾਨੂੰ ਸਮਝ ਕਿਉਂ ਨਹੀਂ ਆਉਂਦੀ? ਗੁਰੂ ਸਾਹਿਬ ਵੀ ਸਮਝਾਉਂਦੇ ਰਹੇ, ਸਾਡੇ ਵੇਦ ਵੀ ਸਾਨੂੰ ਸਮਝਾਉਂਦੇ ਰਹੇ, ਸਾਡੇ ਧਾਰਮਿਕ ਗ੍ਰੰਥ ਵੀ ਸਾਨੂੰ ਸਮਝਾਉਂਦੇ ਰਹੇ, ਮਹਾਂਪੁਰਖ ਵੀ ਸਾਨੂੰ ਸਮਝਾਉਂਦੇ ਰਹੇ। ਅਸੀਂ ਉਹਨਾਂ ਦੇ ਇੱਜ਼ਤ ਕਰਦੇ ਹਾਂ, ਉਹਨਾਂ ਅੱਗੇ ਮੱਥਾ ਟੇਕਦੇ ਹਾਂ, ਉਹਨਾਂ ਦੀ ਗੱਲ ਕਿਉਂ ਨਹੀਂ ਮੰਨਦੇ? ਦੇਖੋ ਜੀ, ਇਹ ਜਿਹੜੇ ਉਹੀ 1% ਬੰਦੇ ਆ ਜਿਹੜੇ ਇਕਨੋਮਿਕਸ ਕਰਦੇ ਆ, ਉਹ ਕਹਿੰਦੇ ਜੀ ਬਹੁਤ ਵੱਡਾ ਬੋਰਡ ਦਾ ਦਰਖਤ ਹੈ, ਇਹਨੂੰ ਕੱਟ ਦਿਓ ਤੇ ਇਸ ਤੋਂ ਫਾਇਦਾ ਹੋ ਜਾਏਗਾ ਲੱਕੜ ਤੋਂ। ਜਿਹੜਾ ਦੂਸਰਾ ਬੰਦਾ ਹੈ ਬਾਇਓਡਾਇਵਰਸਿਟੀ ਵਾਲਾ, এনवायरमेंटलिस्ट ਹੈ, ਦੇਖੋ ਜੀ ਉੱਥੇ ਪਸ਼ੂ ਪਕਸ਼ੀ ਵੀ ਹੈ, ਛੋਟੇ ਛੋਟੇ ਜੀਵ ਜੰਤੂ ਵੀ ਹੈਗੇ ਆ, ਉਹਦੀ ਛਾਂ ਵੀ ਹੈਗੀ ਹੈ। ਅਸੀਂ ਉਹਦੀ ਨਾ ਵੈਲਿਊ ਨਹੀਂ ਕਰਦੇ। ਤਾਂ ਮੈਨੂੰ ਜੋ ਲੱਗਦਾ ਹੈ ਕਿ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਉਹਦੀ ਵੈਲਿਊ ਕਿੰਨੀ, ਰੋਜ਼ ਦੀ ਉਹ ਕਾਰਬਨ ਡਾਈਆਕਸਾਈਡ ਲੈਂਦਾ, ਆਕਸੀਜਨ ਛੱਡਦਾ, ਕਿੰਨੇ ਲੋਕਾਂ ਨੂੰ ਛਾਂ ਦਿੰਦਾ, ਕਿੰਨੇ ਗਰੀਬਾਂ ਨੂੰ ਉੱਥੇ ਬੈਠਣ ਦਾ ਰਸਤਾ ਦਿੰਦਾ, ਛਤਰੀ ਦਿੰਦਾ ਇੱਕ ਤਰ੍ਹਾਂ ਦੀ। ਜੇ ਉਹਨੂੰ ਕੈਲਕੂਲੇਟ ਕਰਾਂਗੇ ਤਾਂ ਜਾ ਕੇ ਉੱਥੇ ਪ੍ਰੈਸ਼ਰ ਮੇਨਟੇਨ ਹੋਏਗਾ। ਫਿਰ ਮੇਰੀ ਗੱਲ ਉਹੀ ਹੈ ਕਿ ਜਿੰਨੀ ਦੇਰ ਤੱਕ ਲੋਕਾਂ 'ਚ ਅਵੇਅਰਨੈਸ ਨਹੀਂ ਆਏਗੀ ਥਰੂ এনवायरमेंट ਡੇ ਦੇ, ਇੱਕ ਦਿਨ ਨਹੀਂ ਹੈ, ਇੱਕ ਸਾਲ ਨਹੀਂ ਹੈ, 10 ਸਾਲ ਵੀ ਇਸ ਚੀਜ਼ ਲਈ ਘੱਟ ਹੈ, ਬਲਕਿ ਹਮੇਸ਼ਾ ਵਾਸਤੇ ਹੈ ਜੀ। ਕਿਉਂਕਿ ਅਸੀਂ ਜਦੋਂ ਨੁਕਸਾਨ ਕਰਦੇ ਹਾਂ ਤੇ 50 ਸਾਲ ਦੀ ਗੱਲ ਕਰਦੇ ਹਾਂ, ਔਰ ਇੱਕ ਦਿਨ 'ਚ ਅਸੀਂ ਸੋਚਦੇ ਹਾਂ ਕਿ ਰੈਵੋਲੂਸ਼ਨ ਆ ਜਾਏਗਾ। ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ। ਸਲੋਗਨਸ ਲਗਾਉਣ ਨਾਲ ਕੁਝ ਨਹੀਂ ਹੋਣਾ। ਹਾਂ, ਔਰ ਮੈਂ ਇਹ ਪੁੱਛਣਾ ਚਾਹਾਂਗਾ, ਜਿਹੜਾ ਇਹ ਕਨਸੈਪਟ ਹੈ ਇਕੋ ਡਿਵੈਲਪਮੈਂਟ ਯਾਨੀ ਸਸਟੇਨੇਬਲ ਡਿਵੈਲਪਮੈਂਟ, ਇਹਦੇ ਬਾਰੇ ਜ਼ਰਾ ਬਰੀਫਲੀ ਸਾਨੂੰ ਦੱਸੋ। ਸਸਟੇਨੇਬਲ ਡਿਵੈਲਪਮੈਂਟ ਦਾ ਮਤਲਬ ਹੈ ਕਿ ਜਿਹੜੀ ਸਾਡੀ ਫਿਊਚਰ ਜਨਰੇਸ਼ਨ ਹੈ, ਜਿਹੜੀ ਅਗਲੀ ਜਨਰੇਸ਼ਨ ਆਏਗੀ ਅੱਜ ਤੋਂ 50 ਸਾਲ ਬਾਅਦ, 100 ਸਾਲ ਬਾਅਦ, ਉਹਨੂੰ ਇਹ ਨਾ ਲੱਗੇ ਕਿ ਪੰਜਾਬ 'ਚ ਤਾਂ ਪਾਣੀ ਨਹੀਂ ਸੀ। ਉਹ ਤਾਂ ਇਤਿਹਾਸ ਪੜ੍ਹਨ ਕਿ 5 ਦਰਿਆਵਾਂ ਦੀ ਧਰਤੀ ਸੀ, ਪਹਿਲੇ 5 ਸੀ ਜੀ, ਹੁਣ 3 ਰਹਿ ਗਏ। ਹਾਂਜੀ, ਉਹ ਵੀ ਤੁਸੀਂ ਪਾਣੀ ਦੇਖੋਗੇ, ਸਤਲੁਜ ਕਿੰਨਾ ਕੁ ਪਾਣੀ ਹੈ, ਸਾਰਾ ਪਾਣੀ ਅਸੀਂ ਰੋਕ ਲੈਂਦੇ ਹਾਂ, ਤਾਂ ਬਾਇਓਡਾਇਵਰਸਿਟੀ ਤਾਂ ਖਤਮ ਹੋ ਜਾਏਗੀ ਸਾਰੀ ਦੀ ਸਾਰੀ। ਬਿਲਕੁਲ ਸਹੀ ਗੱਲ ਹੈ। ਸਾਨੂੰ ਇਹ ਗੱਲ ਹੁਣੇ ਤੋਂ ਹੀ ਸਮਝਣੀ ਚਾਹੀਦੀ ਹੈ, ਤਾਂ ਹੀ ਅਸੀਂ ਵਾਤਾਵਰਣ ਨੂੰ ਸੰਭਾਲ ਸਕਦੇ ਹਾਂ।
ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ Thank you ਜੀ, ਤੁਸੀਂ thank you ਜੀ, ਵਕਤ thank you ਕੱਢਿਆ ਔਰ ਜੀ, ਸੇਧ thank you, ਦਿੱਤੀ thank you ਔਰ ਜੀ, thank you। ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਤਾਂ ਹੀ ਇਸ ਗੱਲਬਾਤ ਦਾ ਕੋਈ ਸਿੱਟਾ ਨਿਕਲਣਾ ਹੈ। ਸ਼ੁਕਰੀਆ। ਥੈਂਕ ਯੂ।